ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਨੂੰ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੇ ਵਿੱਚ ਦੇਖ ਰਹੀਆਂ ਸੰਗਤਾਂ ਦਾ ਸਵਾਗਤ ਹੈ। ਸੋ ਅਸੀਂ ਤੁਹਾਨੂੰ ਪਤਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਹੜ੍ਹ ਪ੍ਰਭਾਵਿਤ ਏਰੀਏ ਦੇ ਵਿੱਚ ਹੈਗੇ ਆ ਅਤੇ ਇੱਥੇ ਵੱਖ-ਵੱਖ ਲੋਕਾਂ ਨਾਲ ਗੱਲਬਾਤ ਵੀ ਕਰ ਰਹੇ ਹਾਂ, ਉਹਨਾਂ ਨੂੰ ਸਹਾਇਤਾ ਵੀ ਦੇ ਰਹੇ ਹਾਂ, ਉਹਨਾਂ ਦੀਆਂ ਮੁਸ਼ਕਿਲਾਂ ਵੀ ਸੁਣ ਰਹੇ ਹਾਂ, ਉਹਨਾਂ ਤੱਕ ਰਾਸ਼ਨ ਪਾਣੀ ਵੀ ਪਹੁੰਚਾ ਰਹੇ ਹਾਂ, ਮਾਇਆ ਵੀ ਪਹੁੰਚਾ ਰਹੇ ਹਾਂ। ਸੋ ਅੱਜ ਅਸੀਂ ਰੋਜ਼ਾਨਾ ਦੀ ਤਰ੍ਹਾਂ ਜਿਵੇਂ ਘਰ ਤੋਂ ਚੱਲਦੇ ਹਾਂ ਤਾਂ ਆਪਣਾ ਖਾਣਾ ਜਿਹੜਾ ਉਹ ਨਾਲ ਹੀ ਲੈ ਕੇ ਆਉਂਦੇ ਹਾਂ ਅਤੇ ਇੱਕ ਬੰਬੀ ਦੇ ਉੱਤੇ ਬੈਠ ਕੇ, ਮੋਟਰ ਦੇ ਉੱਤੇ ਬੈਠ ਕੇ ਜਿਹੜਾ ਖਾਣਾ ਆ ਉਹ ਖਾਧਾ ਅਤੇ ਖੇਤਾਂ ਦੀ ਪੀੜ ਜਿਹੜੀ ਆ ਉਹ ਮੈਨੂੰ ਇੱਥੇ ਖਿੱਚ ਕੇ ਲੈ ਆਈ, ਕਿਉਂਕਿ ਚਾਰੇ ਪਾਸੇ ਉਜਾੜਾ ਜਿਹੜਾ ਆ ਉਹ ਪਸਰਿਆ ਪਿਆ, ਕਿਤੇ ਵੀ ਹਰਿਆਲੀ ਜਿਹੜੀ ਆ ਉਹ ਨਜ਼ਰ ਨਹੀਂ ਆਉਂਦੀ। ਹਰਿਆਲੀ ਉੱਥੇ ਨਜ਼ਰ ਆ ਰਹੀ ਆ ਜਿਹੜੀ ਬੂਟੀ ਦਰਿਆ ਦੇ ਰਾਹੀਂ, ਹਰੀ ਬੂਟੀ ਜਿਹੜੀ ਛੱਪੜਾਂ ਦੇ ਵਿੱਚ ਅਤੇ ਦਰਿਆਵਾਂ ਦੇ ਵਿੱਚ ਹੁੰਦੀ ਆ, ਉਹ ਰੁੜ ਕੇ ਜਿਹੜੀ ਖੇਤਾਂ ਤੱਕ ਪਹੁੰਚੀ ਆ, ਉਹ ਜ਼ਰੂਰ ਕਿਤੇ ਨਾ ਕਿਤੇ ਇੱਕਾ ਦੁੱਕਾ ਥਾਵਾਂ ਦੇ ਉੱਤੇ ਨਜ਼ਰ ਆ ਰਹੀ ਆ। ਸੋ ਅਸੀਂ ਜਿਹੜੀ ਮੋਟਰ ਦੇ ਉੱਤੇ ਖੜ੍ਹੇ ਹਾਂ, ਕਿਸਾਨ ਨਿਰਮਲ ਸਿੰਘ ਵੀ ਸਾਡੇ ਨਾਲ ਨੇ ਅਤੇ ਮੇਰੇ ਨਾਲ ਡਾਕਟਰ ਕਵਲਜੀਤ ਸਿੰਘ ਸਿੱਧੂ ਵੀ ਨੇ। ਸੋ ਅਸੀਂ ਦੋਵਾਂ ਤੋਂ ਹੀ ਜਾਣਾਂਗੇ ਕਿ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ, ਕਿੰਨਾ ਕੁ ਨੁਕਸਾਨ ਜਿਹੜਾ ਆ ਉਹ ਹੋਇਆ ਆ ਅਤੇ ਕਿੰਨਾ ਕੁ ਜਿਹੜਾ ਨੁਕਸਾਨ ਆ ਉਹ ਹੋ ਚੁੱਕਾ ਆ ਅਤੇ ਕੀ ਇਹ 'ਤੇ ਦੁਬਾਰਾ ਜਿਹੜੀ ਫਸਲ ਆ ਉਹ ਬੀਜੀ ਜਾ ਸਕਦੀ ਆ। ਸਰਦਾਰ ਨਿਰਮਲ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਕਿੰਨੀ ਫਸਲ ਆ ਇੱਥੇ ਜਿਹੜੀ ਆ ਉਹ ਕਿੰਨੀ ਫਸਲ ਦਾ ਉਜਾੜਾ ਜਿਹੜਾ ਹੋਇਆ ਆ? ਇਹ ਤੇ ਐਵੇਂ ਦਾ ਮਾਹੌਲ ਲੱਗਦਾ ਪਿਆ ਜਿਵੇਂ ਵਾਢੀਆਂ ਤੋਂ ਬਾਅਦ 'ਚ ਦੇ ਹਾਲਾਤ ਹੁੰਦੇ ਆ, ਉਵੇਂ ਦਾ ਲੱਗਦਾ ਪਿਆ। ਇਹ ਜਿੱਦਾਂ ਨਾ ਆਪਾਂ ਕਣਕ ਵੱਢ ਲੈਂਦੇ ਆ, ਜੀ ਉਹਦਾ ਵੱਢ ਹੁੰਦਾ ਵਾ, ਜੀ ਜੀ। ਉਹ ਇਹ ਲੱਗਦਾ ਵੀ ਉਹ ਜਿੱਦਾਂ ਉੱਦਾਂ ਹੋਇਆ ਆ ਅਤੇ ਕੋਈ ਇਹਦੇ 'ਚ ਹਰਿਆਲੀ ਨਹੀਂ, ਜੀ ਕੁਛ ਨਹੀਂ ਗਾ, ਸਾਰਾ ਕੁਝ ਖਤਮ ਹੋ ਗਿਆ ਜੀ ਜੀ। ਅਤੇ ਬਾਕੀ ਜੋ ਪੱਠਾ ਡੱਕਾ ਉਹ ਵੀ ਖਤਮ ਆ। ਤੁਹਾਡੀ ਕਿੰਨੀ ਜ਼ਮੀਨ ਸੀਗੀ ਇੱਥੇ? ਹੈਂ, ਆਪਣੀ 20 ਕਿੱਲੇ ਜ਼ਮੀਨ ਸੀ ਇੱਥੇ। ਸਾਰੀ ਟੋਟਲੀ ਖਰਾਬ ਹੋ ਗਈ? ਸਾਰੀ ਜੀ, ਸਾਰੀ ਜੀ ਸਰ। ਠੇਕੇ ਤੇ ਵੀ ਕੋਈ ਜ਼ਮੀਨ ਸੀਗੀ ਆਪਣੀ ਸਾਰੀ? ਨਹੀਂ, ਆਪਣੇ ਕੋਲ ਠੇਕੇ 'ਤੇ ਨਹੀਂ ਆ, ਆਪਦੀ। ਤੇ ਹੁਣ ਦੁਬਾਰਾ ਕੀ ਗਾਂ ਦਾ ਕੁਝ ਸੋਚਿਆ ਤੇ ਹੋਊਗਾ ਕਿ ਕੀ ਕਰਨਾ ਹੁਣ? ਜਿੱਦਾਂ ਦਾ ਕੁਝ ਤਾਂ ਸਾਥ ਦਊਗੀ ਫੇਰ ਕਰਾਂਗੇ, ਬਾਕੀ ਉੱਦਾਂ ਇਹਨੇ ਹੜ੍ਹ ਨੇ ਤਾਂ ਸਭ ਕੁਝ ਖਰਾਬ ਕਰਤਾ। ਅਜੇ ਪੈਲੀਆਂ ਵੱਤਰ ਨਹੀਂ ਹੈਗੀਆਂ, ਅਜੇ ਤੇ ਸਲਾਬਾ ਬਹੁਤ ਆ। ਅਜੇ ਮਹੀਨਾ ਇਹਨੂੰ ਪੈਲੀ ਨੇ ਵੱਤੇ ਨਹੀਂ ਆਉਣਾ, ਅਜੇ ਹੁਣ ਨਾ ਮੁੜ ਕੇ ਪਵੇ ਪਾਣੀ। ਜੀ ਜੀ ਜੀ। ਹਾਂਜੀ। ਤੇ ਹੋਰ ਵੀ ਆਲੇ ਦੁਆਲੇ ਜਿੰਨੇ ਵੀ ਖੇਤ ਆ ਸਾਰੇ ਤਕਰੀਬਨ ਇਹੀ ਹਾਲਾਤ ਆ? ਸਾਰੇ ਖੇਤਾਂ ਦਾ ਇਹ ਹਾਲਾਤ ਆ। ਇੱਥੇ ਪਾਣੀ ਕਿੰਨਾ ਕਿੰਨਾ ਸੀ ਤੁਹਾਡੇ ਖੇਤਾਂ 'ਚ? ਆਹ ਪਾਣੀ ਆ ਜੀ, ਆ ਕੋਹੜੀ ਦਾ ਬੂਹੇ ਤਾਂ ਚਲੇ ਗਿਆ ਇਹ। ਮਤਲਬ 8-8 ਫੁੱਟ ਪਾਣੀ ਹੈਗਾ ਸੀ। ਹੈਗਾ ਜੀ। ਸੋ ਬਿਲਕੁਲ ਤੁਸੀਂ ਦੇਖ ਸਕਦੇ ਜਿਹੜੀ ਮੋਟਰ ਆ, ਬੰਬੀ ਆ, ਉਹ ਵੀ ਇਹਨਾਂ ਨੇ ਅਗਲੇ ਪਾਸੇ ਜਿਹੜਾ ਆ ਉਹਦੇ ਬੋਰੀ ਦੇ ਨਾਲ ਉਸ ਨੂੰ ਢੱਕਣ ਲਾਇਆ ਵਾ ਕਿ ਪਾਣੀ ਜਿਹੜਾ ਮੋਟਰ ਦੇ ਅੰਦਰ ਨਾ ਪਵੇ, ਕਿਉਂਕਿ ਬਹੁਤ ਸਾਰੀਆਂ ਮੋਟਰਾਂ ਖਰਾਬ ਹੋ ਗਈਆਂ ਜਿਨ੍ਹਾਂ ਨੂੰ ਸਾਂਭਣ ਦਾ ਮੌਕਾ ਜਿਹੜਾ ਆ ਉਹ ਨਹੀਂ ਮਿਲਿਆ। ਸੋ ਇਸ ਤਰੀਕੇ ਨਾਲ ਦੂਰ ਦੂਰ ਤੱਕ ਜਿੱਥੇ ਜਿੱਥੇ ਤੱਕ ਵੀ ਨਜ਼ਰ ਜਾਂਦੀ ਆ ਉਸ ਏਰੀਏ ਤੱਕ ਬਿਲਕੁਲ ਹਰਿਆਲੀ ਨਜ਼ਰ ਨਹੀਂ ਆ ਰਹੀ। ਖਾਸ ਤੌਰ 'ਤੇ ਖੇਤਾਂ ਦੀ ਗੱਲ ਕਰੀਏ ਤਾਂ ਬਿਲਕੁਲ ਐਵੇਂ ਦਾ ਲੱਗਣ ਡਿਆ ਜਿਵੇਂ ਵਾਢੀ ਤੋਂ ਬਾਅਦ 'ਚ ਦਾ ਮਾਹੌਲ ਹੁੰਦਾ, ਐਵੇਂ ਵੱਢ ਜਿਹੜੇ ਆ ਉਹ ਨਜ਼ਰ ਆਉਂਦੇ ਆ। ਸਿੱਧੂ ਸਾਹਿਬ, ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਇੱਥੇ ਦੁਬਾਰਾ ਫਸਲ ਜਿਹੜੀ ਆ ਉਹ ਬੀਜਣ ਦੇ ਵਿੱਚ ਕਿੰਨਾ ਕੁ ਸਮਾਂ ਜਿਹੜਾ ਆ ਉਹ ਲੱਗੇਗਾ ਅਤੇ ਕੀ ਇਹ ਫਸਲ ਜਿਹੜੀ ਆ ਇੱਥੇ ਹੋਏਗੀ ਦੁਬਾਰਾ? ਹੁਣ ਕਿੰਨੇ ਚਿਰ ਬਾਅਦ ਹੋਏਗੀ, ਕਿਉਂਕਿ ਅਜੇ ਵੀ ਬਹੁਤ ਸਾਰਾ ਸਲਾਬਾ ਆ। ਬਿਲਕੁਲ ਗਿੱਲ ਸਾਹਿਬ, ਜਿਹੜੇ 88 ਦੇ ਹੜ੍ਹ ਸੀ ਨਾ, ਅਸੀਂ ਉਹ ਹਾਲਾਤ ਉਸ ਸਮੇਂ ਵੀ ਦੇਖੇ ਆ ਅਤੇ ਅੱਜ ਫਿਰ ਇੰਨੇ ਵਰ੍ਹਿਆਂ ਬਾਅਦ 32 ਸਾਲਾਂ ਬਾਅਦ ਫਿਰ ਅਸੀਂ ਇਹ ਦੇਖਦੇ ਪਏ ਹਾਂ। ਹੁੰਦਾ ਕੀ ਹੈ ਕਿ ਜਦੋਂ ਇੱਕ ਜ਼ਮੀਨ ਦੇ ਵਿੱਚ ਪਾਣੀ ਬਹੁਤ ਚਿਰ ਜਿਹੜਾ ਖੜਾ ਰਵੇ ਅਤੇ ਖਾਸ ਤੌਰ 'ਤੇ ਇੱਦਾਂ ਦਾ ਪਾਣੀ ਜਿਹਦੇ ਵਿੱਚ ਹੁਣ ਸਾਡੇ ਜਿਵੇਂ ਇਸ ਇਲਾਕੇ ਦੀ ਆਪਾਂ ਗੱਲ ਕਰ ਲਈਏ ਕਿ ਜਲੰਧਰ ਜ਼ਿਲ੍ਹੇ ਦੇ ਲੋਹੀਆਂ ਬਲਾਕ ਦੇ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਆ ਉਹਨੇ ਬਹੁਤ ਜ਼ਿਆਦਾ ਮਾਰ ਕੀਤੀ। 8-10-10 12-12 ਫੁੱਟ ਪਾਣੀ ਜਿਹੜਾ ਖੜੋਤਾ ਰਿਹਾ ਜ਼ਮੀਨਾਂ ਦੇ ਵਿੱਚ। ਇਹਦੇ ਨਾਲ ਕੀ ਹੋਇਆ ਕਿ ਜਿਵੇਂ ਇੱਥੇ ਕਾਲੀ ਬਈ ਨਦੀ ਆ ਜਾਂ ਫਿਰ ਕਾਲਾ ਸਿੰਘੀਆ ਡਰੇਨ ਆ, ਉਹਦਾ ਪਾਣੀ ਵੀ ਵਿੱਚ ਘੁਲ ਕੇ ਇੰਨੇ ਕੈਮੀਕਲ ਆਏ ਉਹਦੇ ਵਿੱਚ। ਉਹਨੇ ਕੀ ਕੀਤਾ ਕਿ ਇੱਕ ਕਿਸਾਨ ਨੇ ਲੰਮਾ ਅਰਸਾ ਲਾ ਕੇ ਆਪਣੀ ਜਿਹੜੀ ਜ਼ਮੀਨ ਸੀਗੀ ਉਹਦੇ ਵਿੱਚ ਖਾਦਾਂ ਪਾਈਆਂ, ਯੂਰੀਆ ਪਾਇਆ, DAP ਪਾਏ, ਕਈਆਂ ਨੇ ਦੇਸੀ ਖਾਦ ਰੂੜੀ ਦੀ ਪਾਈ ਆ, ਇਸ ਤੋਂ ਇਲਾਵਾ ਜਿਹੜੇ ਜਿਪਸਮ ਵੀ ਕਈਆਂ ਨੇ ਪਾਈ ਆ। ਯਾਨੀ ਹਰੇਕ ਕਿਸਾਨ ਨੂੰ ਆਪਦੀ ਜ਼ਮੀਨ ਦੇ ਹਰ ਟੋਟੇ ਦਾ ਪਤਾ ਹੁੰਦਾ ਕਿ ਉਹਨੂੰ ਉਪਜਾਊ ਬਣਾਇਆ ਹੋਇਆ। ਪਰ ਹੋਇਆ ਕੀ ਆ ਕਿ ਹੁਣ ਜਿਹੜਾ ਇੰਨੇ ਚਿਰ ਦਾ 32 ਸਾਲਾਂ ਦਾ ਉਪਜਾਊਪਣ ਸੀਗਾ, ਇਹਨਾਂ ਹੜ੍ਹਾਂ ਦੇ ਪਾਣੀਆਂ ਨੇ ਉਹ ਉਪਜਾਊਪਣ ਇੱਕਦਮ ਖਤਮ ਕਰ ਦਿੱਤਾ। ਹੁਣ ਜਦੋਂ ਨਵੀਂ ਫਸਲ ਬੀਜੀ ਜਾਊਗੀ ਅਤੇ ਕਿਸਾਨ ਨੂੰ ਇਹਦੇ ਵਾਸਤੇ ਮਿੱਟੀ ਦੀ ਜਿਹੜੀ ਪਰਖ ਆ ਉਹ ਕਰਾਉਣੀ ਜ਼ਰੂਰੀ ਹੋਊਗੀ ਆ। ਮਿੱਟੀ ਦੀ ਪਰਖ ਵਿੱਚ ਪਤਾ ਲੱਗੂਗਾ ਕਿ ਇਹਦੇ ਵਿੱਚ ਕਿਹੜੀ ਚੀਜ਼ ਵਧੀ ਆ, ਕਿਹੜੀ ਮਿਕਦਾਰ ਘਟੀ ਆ, ਕਿੰਨਾ ਇਹਦੇ ਵਿੱਚ ਹੁਣ ਯੂਰੀਆ ਪਊਗਾ, ਕਿੰਨੀ DAP ਪਊਗੀ, ਜਾਂ ਕੋਈ ਜਿਪਸਮ ਪਾਉਣ ਦੀ ਜਾਂ ਕੋਈ ਹੋਰ ਚੀਜ਼ ਪਾਉਣ ਦੀ ਜਿਹੜੀ ਘਾਟ ਹੈ ਉਹ ਕਿਵੇਂ ਪੂਰੀ ਕੀਤੀ ਜਾਊਗੀ। ਬਸ਼ਰਤੇ ਜੇ ਅਸੀਂ ਉਮੀਦ ਕਰੀਏ ਕਿ ਐਤਕੀ ਹਾੜੀ ਦੀ ਫਸਲ ਇਸ ਜ਼ਮੀਨ ਤੋਂ ਅਸੀਂ ਲੈ ਸਕਦੇ ਹਾਂ ਅਤੇ ਉਹ ਗੱਲ ਜਿਹੜੀ ਹੈਗੀ ਆ ਨਿਰਾਰਥਕ ਆ, ਕਿਉਂਕਿ ਇਹ 'ਚ ਉਮੀਦ ਨਹੀਂ ਕੀਤੀ ਜਾ ਸਕਦੀ। ਸਰਦਾਰ ਨਿਰਮਲ ਸਿੰਘ ਜੀ, ਜਿਵੇਂ ਅਸੀਂ ਗੱਲ ਕਰ ਰਹੇ ਹਾਂ ਕਿ ਫਸਲਾਂ ਬਰਬਾਦ ਹੋ ਗਈਆਂ, ਕਿਸਾਨਾਂ ਨੂੰ ਤਾਂ ਹੜ੍ਹ ਨੇ ਵਿਹਲੇ ਕਰਕੇ ਬਿਠਾਤਾ ਅਤੇ
ਹੁਣ ਆੜਤੀਆਂ ਕੋ ਵੀ ਜਿਹੜਾ ਪੈਸਾ ਫੜਿਆ ਜਾਂ ਕੋਈ ਬੈਂਕਾਂ ਦਾ ਗੱਲਬਾਤ, ਉਹ ਸਾਰੀ ਜਿਹੜੀ ਆ ਟੈਨਸ਼ਨ ਤਾਂ ਬੜੀ ਹੋਏਗੀ। ਹਾਂਜੀ ਟੈਨਸ਼ਨ ਸਾਨੂੰ ਬਹੁਤ ਆ ਇਹਦੀ ਵੀ। ਜਦੋਂ ਆੜ੍ਹਤੀਏ ਤੋਂ ਫੜਿਆ ਉਹਨੇ ਵੀ ਲੈਣਾ, ਤੇ ਜਿਹੜਾ ਬੈਂਕਾਂ ਵਾਲਾ ਬੈਂਕਾਂ ਨੂੰ ਵਸੂਲਣਾ ਹੈ। ਇਹਦੀ ਟੈਨਸ਼ਨ ਤਾਂ ਹਰ ਇੱਕ ਨੂੰ ਹੈਗੀ ਆ। ਕਈ ਕਾਰਜ ਵੀ ਘਰਾਂ ਦੇ ਵਿੱਚ ਆਰੰਭੇ ਹੁੰਦੇ ਆ, ਵਿਆਹ ਜਾਂ ਕੋਈ ਹੋਰ ਬਹੁਤ ਸਾਰੀ। ਕੋਈ ਮਕਾਨ ਬਣਾਉਂਦਾ, ਕੋਈ ਕੁਛ ਕਰਦਾ, ਫਸਲ ਵੱਲ ਵੇਖ ਕੇ ਕਰਦਾ ਹਰ ਕੋਈ ਜੀ। ਜੇ ਫਸਲ ਹੋਊਗੀ ਗਾੜੀ ਤਾਂ ਅਗਲੇ ਨੇ ਕਹਿਣਾ ਵੀ ਚੱਲ ਚੱਕ ਲਓ, ਕੋਈ ਨਹੀਂ, ਲਾਈ ਜਾਣੇ ਆ। ਹੁਣ ਕੋਈ ਝਾਕ ਨਹੀਂ। ਹੁਣ ਆੜਤੀਆਂ ਨੂੰ ਵੀ ਕੁਝ ਨਜ਼ਰ ਨਹੀਂ ਆ ਰਿਹਾ ਅੱਗੇ ਨਾ। ਸੋ ਜਿਹੜੀਆਂ ਫਸਲਾਂ ਸੀ ਖਾਸ ਤੌਰ ਦੇ ਉੱਤੇ ਇਸ ਏਰੀਏ ਦੇ ਵਿੱਚ ਜ਼ਿਆਦਾ ਝੋਨਾ ਹੀ ਸੀਗਾ ਜਾਂ ਹੋਰ ਇਸ ਤੋਂ ਇਲਾਵਾ ਕਿਹੜੀਆਂ ਫਸਲਾਂ ਸੀ? ਇਸ ਏਰੀਏ ਝੋਨਾ ਹੀ ਆ ਜੀ ਜ਼ਿਆਦਾ। ਹੋਰ ਪੱਠਾ ਟੱਕਾ ਜਿਹੜਾ ਹੋਊਗਾ ਇਹ ਸੀਗਾ। ਉਹ ਪੱਠਾ ਟੱਕਾ ਵੀ ਸਰ ਗਿਆ ਤੇ ਝੋਨਾ ਵੀ ਗਿਆ। ਜਾਂ ਕੁਝ ਥੋੜੀਆਂ ਬਹੁਤੀਆਂ ਸਬਜ਼ੀਆਂ ਉਹ ਸਬਜ਼ੀਆਂ ਤਾਂ ਆਪਦੇ ਖਾਣ ਜੋਗੀਆਂ ਲਾਉਂਦਾ ਹੀ ਆ ਬੰਦਾ। ਦੂਜੀਆਂ ਗਾਂ ਅਜੇ ਲਾਉਣੀਆਂ ਸੀ, ਝੋਨਾ ਵੱਢ ਕੇ ਸਬਜ਼ੀਆਂ ਲਾਉਣੀਆਂ ਸੀ। ਹੁਣ ਉਹ ਵੀ ਮੈਦ ਨਹੀਂ ਆ, ਪਰ ਆ ਜਿੱਦਾਂ ਦਾ ਪਾਣੀ ਪੈ ਗਿਆ ਨਾ, ਉਹ ਵੀ ਮੈਦ ਨਹੀਂ, ਸਾਨੂੰ ਵੀ ਸਬਜ਼ੀਆਂ ਹੋ ਜਾਣਗੀਆਂ। ਬਿਲਕੁਲ ਹੁਣ ਕਿਸਾਨ ਬਿਲਕੁਲ ਹੜ੍ਹਾਂ ਦੇ ਪਾਣੀ ਨੇ ਵਿਹਲੇ ਕਰਕੇ ਬਿਠਾ ਦਿੱਤੇ ਆ। ਸਾਰਾ ਜਿਹੜਾ ਉਜਾੜਾ ਆ ਉਹ ਪਸਰਿਆ ਪਿਆ ਆ। ਸਿੱਧੂ ਸਾਹਿਬ, ਜਿਵੇਂ ਇਹਨਾਂ ਨੇ ਦੱਸਿਆ ਕਿ ਇਸ ਏਰੀਏ ਦੇ ਵਿੱਚ ਜ਼ਿਆਦਾਤਰ ਝੋਨਾ ਹੁੰਦਾ, ਕੁਝ ਲੋਕ ਸਬਜ਼ੀ ਵੀ ਬੀਜਦੇ ਆ, ਪਸ਼ੂਆਂ ਵਾਸਤੇ ਚਾਰਾ ਵੀ ਹੁੰਦਾ, ਸਾਰਾ ਕੁਝ ਬਰਬਾਦ ਹੋ ਗਿਆ। ਗੱਲ ਸਾਹਿਬ, ਮੈਂ ਖੇਤੀਬਾੜੀ ਦੀ ਐਤਕੀ ਯੂਨੀਵਰਸਿਟੀ ਦੀ ਗੱਲ ਦੱਸਣੀ ਚਾਹੁੰਦਾ ਹੈਗਾ, ਪੰਜਾਬ ਖੇਤੀਬਾੜੀ ਮਹਿਕਮੇ ਦੀ, ਕਿ ਐਤਕੀ ਉਹਨਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਸੀ ਕਿ ਜਿਵੇਂ ਪੰਜਾਬ ਦੇ ਵਿੱਚ ਪਾਣੀ ਦੀ ਘਾਟ ਜਿਹੜੀ ਆ, ਜ਼ਮੀਨੀ ਪਾਣੀ ਦੇ ਗਰਾਊਂਡ ਵਾਟਰ ਦੀ, ਉਹ ਬਹੁਤ ਵੱਡੇ ਪੱਧਰ 'ਤੇ ਆ। ਖੇਤੀ ਵਾਸਤੇ ਜਿੰਨਾ ਪਾਣੀ ਮੁਅੱਸਰ ਸਾਨੂੰ ਚਾਹੀਦਾ, ਕਿਉਂਕਿ ਸਾਡੇ ਦਰਿਆਵਾਂ ਦਾ 80% ਹਿੱਸਾ ਜਿਹੜਾ ਹੈਗਾ ਉਹ ਹਰਿਆਣੇ ਅਤੇ ਰਾਜਸਥਾਨ ਨੂੰ ਜਾ ਰਿਹਾ, ਜਿਸ ਸਦਕਾ 20% ਵਿੱਚੋਂ ਸਾਡੇ ਕਿਸਾਨ ਦੀ ਪਾਣੀ ਦੀ ਲੋੜ ਜਿਹੜੀ ਆ ਉਹ ਪੂਰਤੀ ਨਹੀਂ ਉਹਦੀ ਹੁੰਦੀ ਪਈ। ਇਸ ਕਰਕੇ ਝੋਨੇ ਦੇ ਹੇਠ ਜਿਹੜਾ, ਕਿਉਂਕਿ ਵੱਧ ਪਾਣੀ ਵਾਲੀ ਫਸਲ ਆ, ਉਹਦੇ ਹੇਠ ਰਕਬਾ ਘਟਾ ਕੇ ਇਸ ਵਾਰੀ ਯੂਨੀਵਰਸਿਟੀ ਨੇ, ਚਾਹੇ ਪੰਜਾਬ ਦੇ ਜਿੰਨੇ ਵੀ ਖਿੱਤੇ ਆ ਉਹਨਾਂ ਦੇ ਵਿੱਚ ਝੋਨੇ ਦੇ ਹੇਠ ਰਕਬਾ ਜਿਹੜਾ ਉਹ ਘਟਾ ਕੇ ਉਹਦੀ ਜਗ੍ਹਾ ਦੇ ਉੱਤੇ ਉਹਨਾਂ ਨੇ ਬਾਸਮਤੀ ਲਵਾਤੀ। ਫਿਰ ਉਹਨਾਂ ਨੇ ਮੱਕੀ ਦੇ ਕਈਆਂ ਕਿਸਮਾਂ ਜਿਹੜੀਆਂ ਲਵਾਈਆਂ, ਫਿਰ ਕਮਾਦ ਦੀਆਂ ਕਈ ਕਿਸਮਾਂ ਜਿਹੜੀਆਂ ਸੀ ਉਹ ਲਵਾਈਆਂ। ਇਸ ਤੋਂ ਬਾਅਦ ਜੇ ਮੈਂ ਇਸ ਇਲਾਕੇ ਦੀ ਇਕੱਲੇ ਦੀ ਗੱਲ ਕਰਾਂ, ਗਿੱਦੜ ਪਿੰਡੀ ਦੀ, ਤੇ ਇੱਥੇ ਜਿਹੜੀ ਬੰਨਾਂ ਦੇ ਆਲੇ ਦੁਆਲੇ ਰਾਜ ਸਿੱਖ ਬਰਾਦਰੀ ਬੈਠੀ ਹੈ ਕਿ ਜਿੱਥੇ ਉਹ ਝੋਨਾ ਔਰ ਇੱਦਾਂ ਦੀਆਂ ਫਸਲਾਂ ਬੀਜਦੀ ਹੈ ਕਮਾਦ ਵਰਗੀਆਂ, ਉੱਥੇ ਸਭ ਤੋਂ ਵੱਧ ਜਿਹੜੀ ਹੈ ਸ਼ਾਹਕੋਟ ਤੱਕ ਦੀ ਮੈਂ ਗੱਲ ਕਰ ਲਾਂ ਤੇ ਇਸ ਇਲਾਕੇ ਵਿੱਚ ਸਬਜ਼ੀਆਂ ਦੀ ਜਿਹੜੀ ਕਾਸ਼ਤ ਹੈ ਉਹ ਬਹੁਤ ਵੱਡੇ ਪੱਧਰ 'ਤੇ ਕੀਤੀ ਜਾਂਦੀ ਆ। ਤੇ ਜ਼ਿਲ੍ਹਾ ਜਲੰਧਰ ਤੋਂ ਲੈ ਕੇ ਤੇ ਇੱਧਰ ਅੰਮ੍ਰਿਤਸਰ ਤੱਕ, ਤੇ ਫਿਰ ਅਸੀਂ ਤਰਨਤਾਰਨ ਦੀ ਗੱਲ ਕਰ ਲਈਏ, ਤੇ ਦੂਸਰਾ ਜਿਹੜਾ ਮਖੂ ਜਾਂ ਜੀਰੇ ਨਾਲ ਜਿਹੜੇ ਛੋਟੇ ਕਸਬੇ ਮੋਗੇ ਤੱਕ ਪੈਂਦੇ ਸ਼ਹਿਰ, ਇਹਨਾਂ ਨੂੰ ਜਿਹੜੀ ਸਬਜ਼ੀਆਂ ਦੀ ਸਪਲਾਈ ਆ ਉਹ ਇਹਨਾਂ ਇਲਾਕਿਆਂ ਤੋਂ ਹੀ ਹੁੰਦੀ ਆ। ਲੁਧਿਆਣਾ ਮੰਡੀ ਨੂੰ ਵੀ ਜਿਹੜੀਆਂ ਬਹੁਤ ਸਾਰੀਆਂ ਸਬਜ਼ੀਆਂ ਇਹੀ ਇਲਾਕਾ ਜਿਹੜਾ ਸੀ ਉਹ ਪਹੁੰਚਾਉਂਦਾ ਸੀਗਾ। ਪਰ ਹੁਣ ਜੋ ਹਾਲਾਤ ਬਣਿਆ ਉਹਦੇ ਮੁਤਾਬਕ ਜਿਹੜੀ ਸਬਜ਼ੀਆਂ ਆ ਉਹ ਵੀ ਬੁਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ। ਸਬਜ਼ੀਆਂ ਤੇ ਆ ਨਹੀਂ ਰਹੀਆਂ ਗੀਆਂ। ਸਬਜ਼ੀਆਂ ਦੀ ਘਾਟ ਦੀ ਵਜ੍ਹਾ ਕਰਕੇ ਐਤਕੀ ਸਬਜ਼ੀ ਜਿਹੜੀ ਆ ਪੂਰੇ ਪੰਜਾਬ ਨੂੰ, ਜੇ ਦੀਵਾਲੀ ਤੱਕ ਮੈਂ ਜ਼ਿਕਰ ਕਰਾਂ, ਤੇ ਬਹੁਤ ਜ਼ਿਆਦਾ ਮਹਿੰਗੀ ਮਿਲਣੀ ਹੈਗੀ ਆ। ਤੇ ਜੋ ਹਾਲਾਤ ਆ ਉਹ ਇਹ ਬਣ ਚੁੱਕਿਆ ਕਿ ਜੇ ਮੈਂ ਅਗਲੇ 2-3 ਮਹੀਨੇ ਤੱਕ ਅਗਲੀ ਸਬਜ਼ੀ ਜਿਹੜੀ ਸਰਦੀ ਰੁੱਤ ਦੀ ਆਉਣੀ ਹੈਗੀ, ਜਿਹਦੇ ਵਿੱਚ ਅਸੀਂ ਗੋਭੀ ਦੀ ਗੱਲ ਕਰ ਲਈਏ, ਗਾਜਰਾਂ ਦੀ ਗੱਲ ਕਰ ਲਈਏ, ਮੂਲੀਆਂ ਦੀ ਗੱਲ ਕਰ ਲਈਏ, ਸਰੋਂ ਦੇ ਸਾਗ ਦੀ ਗੱਲ ਕਰ ਲਈਏ, ਜਾਂ ਵੀ ਜਿੰਨੀਆਂ ਸਿਆਲੂ ਫਸਲਾਂ ਮੈਂ ਉਹਦੀ ਗੱਲ ਕਰ ਲਾਂ, ਸਬਜ਼ੀਆਂ ਦੇ ਵਿੱਚੋਂ ਉਹਨਾਂ ਦੇ ਨਾ ਹੋਣ ਦੀ ਉਮੀਦ ਹੀ ਐਤਕੀ ਜ਼ਾਹਿਰ ਜਿਹੜੀ ਆ ਉਹ ਆ ਰਹੀ ਆ, ਕਿਉਂਕਿ ਜਿਹੜਾ ਜ਼ਮੀਨ ਦੀ ਜਿਹੜੀ ਸਿਹਤ ਆ ਉਹ ਬੁਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ। ਬਿਲਕੁਲ, ਸਬਜ਼ੀਆਂ ਦੇ ਰੇਟ ਜਿਹੜੇ ਹੁਣ ਵੀ ਕਾਫੀ ਜ਼ਿਆਦਾ ਜਿਹੜੇ ਆ ਉਹ ਵੱਧ ਗਏ। 50-60 ਰੁਪਏ ਕਿਲੋ ਜਿਹੜੀ ਆ ਸਬਜ਼ੀਆਂ ਉਹਨਾਂ ਦਾ ਰੇਟ ਪਹੁੰਚ ਚੁੱਕਾ ਆ। ਸੋ ਸਰਦਾਰ ਨਿਰਮਲ ਸਿੰਘ ਜੀ, ਜੇ ਗੱਲ ਕਰੀਏ ਖਰਚੇ ਦੀ, ਤਾਂ ਇੱਕ ਕਿੱਲੇ ਦੇ ਉੱਤੇ ਝੋਨੇ ਤੇ ਕਿੰਨਾ ਕੁ ਖਰਚਾ ਆ ਜਾਂਦਾ ਆ, ਜਿਹੜਾ ਤੁਸੀਂ ਹੁਣ ਖਾਦਾਂ ਵੀ ਪਾਈਆਂ ਹੋਣੀਆਂ, ਸਪਰੇਆਂ ਵੀ ਕੀਤੀਆਂ ਹੋਣੀਆਂ, ਜਿਹੜੀ ਖਰਚਾ ਆ ਗਿਆ ਜੀ। ਤੇ ਗਾਂ ਜਿਹੜਾ ਸੀ ਅਜੇ 2-3 ਹਜ਼ਾਰ 15,000 ਤਾਈਂ ਖਰਚ ਬੰਦੇ ਆ ਜਾਂਦਾ ਇੱਕ ਕਿੱਲੇ ਤੇ ਜਿਹੜਾ ਬੇਕਾਰ ਖਤਮ ਹੋ ਗਿਆ। ਮਤਲਬ ਕੋਲੋਂ ਜੋ ਕੁਝ ਵੀ ਲਾਇਆ ਉਹ ਸਾਰਾ ਬੇਕਾਰ ਹੋ ਗਿਆ। ਤੇ ਸਰਕਾਰ ਦੀ ਗੱਲ ਕਰੀਏ ਤਾਂ ਕੋਈ ਸਰਕਾਰੀ ਅਧਿਕਾਰੀ ਕੋਈ ਗਰਦੌਰੀ ਕਰਨ ਵਾਸਤੇ ਪਹੁੰਚਿਆ ਜਾਂ ਆਇਆ ਕਿ ਹਾਂ ਇੱਥੇ ਆ ਕੇ ਦੇਖਿਆ ਜਾਵੇ ਕਿ ਕਿੰਨਾ ਕੁ ਨੁਕਸਾਨ ਹੋਇਆ, ਕੀ ਕੁਝ ਹੋਇਆ, ਜਾਂ ਤੁਹਾਡੇ ਨਾਲ ਕਿਸੇ ਪਿੰਡ ਦੇ ਨੇ ਰਾਬਤਾ ਕੀਤਾ ਹੋਵੇ, ਬਲਾਕ ਤੋਂ ਕੋਈ ਆ ਕੇ ਰਾਬਤਾ ਕੀਤਾ ਹੋਵੇ? ਅਜੇ ਕੋਈ ਗੱਲਬਾਤ ਨਹੀਂ ਸੁਣੀ, ਨਾ ਸਾਨੂੰ ਪਤਾ ਲੱਗਾ ਵੀ ਕੀ ਇਹਨਾਂ ਦੇਣਾ ਸਰਕਾਰ ਨੇ, ਤੇ ਕੋਈ ਗੱਲਬਾਤ ਨਹੀਂ ਆਈ ਸਾਡੇ ਕੋਲ, ਨਾ ਟੀਵੀ 'ਚ ਆਈ ਨਾ ਉੱਦਾਂ ਹੀ ਆਈ ਆ। ਮਤਲਬ ਅਜੇ ਤੁਸੀਂ ਇਹ ਚੀਜ਼ ਦੀ ਉਡੀਕ ਹੀ ਕਰ ਰਹੇ ਹੋ? ਹਾਂ, ਉਡੀਕ ਕਰ ਰਹੇ ਹਾਂ। ਤੇ ਪਰ ਜੇ ਵੱਧ ਤੋਂ ਵੱਧ ਦਿੱਤਾ ਵੀ ਤੇ ਕਿੰਨਾ ਕੁ ਦੇ ਦੇਣਗੇ? 10-12 ਹਜ਼ਾਰ ਦੇ ਦੇਣਗੇ ਵੱਧ ਤੋਂ ਵੱਧ। ਅੱਗੇ 12,000 ਇਹਨਾਂ ਪਿੱਛੇ ਦਿੱਤਾ ਸੀ, ਉਹ ਪਤਾ ਨਹੀਂ ਵੀ ਗਾਂ ਕੀ ਦੇਣਾ। ਅਜੇ ਮੈਦ ਕੋਈ ਨਹੀਂ। ਬਿਲਕੁਲ, ਉਮੀਦ ਜਿਹੜੀ ਆ ਉਹ ਕੋਈ ਨਹੀਂ ਹੈਗੀ ਕਿ ਕੀ ਸਰਕਾਰ ਜਿਹੜੀ ਆ ਉਹ ਕਰੇਗੀ। ਕਿਸਾਨ ਜਿਹੜੇ ਆ ਉਹਨਾਂ ਦੀ ਬਿਲਕੁਲ ਆਰਥਿਕ ਮੰਦਹਾਲੀ ਜਿਹੜੀ ਆ ਉਹ ਇਸ ਵੇਲੇ ਨਜ਼ਰ ਆ ਰਹੀ ਆ, ਖਾਸ ਤੌਰ 'ਤੇ ਜਿਨ੍ਹਾਂ ਏਰੀਆ ਦੇ ਵਿੱਚ ਹੜ੍ਹ ਆਏ ਹੋਏ ਆ। ਸੋ ਸਿੱਧੂ ਸਾਹਿਬ, ਕਿਸਾਨ ਦੀ ਜਿਹੜੀ ਆਰਥਿਕ ਸਥਿਤੀ ਇਸ ਵੇਲੇ ਬਣੀ ਹੋਈ ਆ, ਉਸ ਚੀਜ਼ ਤੋਂ
ਇਹ ਬੜਾ ਵੱਡਾ ਇੱਕ ਡਰ ਸਤਾਉਣ ਲੱਗਾ ਆ ਕਿ ਪਹਿਲਾਂ ਹੀ ਖੁਦਕੁਸ਼ੀਆਂ ਦੇ ਦੌਰ ਦੇ ਵਿੱਚੋਂ ਦੀ ਪੰਜਾਬ ਦੀ ਕਿਸਾਨੀ ਜਿਹੜੀ ਆ ਉਹ ਲੰਘ ਰਹੀ ਆ। ਸੋ ਇਹ ਖੁਦਕੁਸ਼ੀਆਂ ਜਿਹੜੀਆਂ ਆ ਹੋਰ ਨਾ ਵੱਧ ਜਾਣ ਕਿਤੇ, ਜਿਵੇਂ ਦਾ ਉਜਾੜਾ ਇੱਥੇ ਪਸਰਿਆ ਆ। ਬਿਲਕੁਲ, ਇੱਥੇ ਮੈਂ ਸੁਰਜੀਤ ਪਾਤਰ ਦੀਆਂ ਚੰਦ ਸਤਰਾਂ ਕਹਿਣੀਆਂ ਚਾਹੂੰਗਾ ਕਿ ਖੁਦਕੁਸ਼ੀਆਂ ਦੇ ਰਾਹ ਤਾਂ ਪਹਿਲਾਂ ਵੀ ਸਰਕਾਰਾਂ ਨਾਲ ਨਹੀਂ ਖੜੀਆਂ ਸੀ ਕਿ ਲੱਗੀ ਜੇ ਤੇਰੇ ਕਾਲਜੇ ਅਜੇ ਛੁਰੀ ਨਹੀਂ, ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ। ਸੋ ਹਾਲਤ ਵਾਕਈ ਮੰਦੀ ਆ, ਕਿਉਂਕਿ ਸਾਰਾ ਜਿਹੜਾ ਦਾਰੋਮਦਾਰ ਆ ਗਿੱਲ ਸਾਹਿਬ, ਮੈਂ ਉਹਦੀ ਗੱਲ ਵੀ ਇੱਥੇ ਕਰਨੀ ਚਾਹੂੰਗਾ ਕਿ ਜਿਹੜੀ ਆਰਥਿਕਤਾ ਆ ਕਿਸਾਨ ਦੀ, ਉਹਦੇ ਉੱਤੇ ਹੀ ਸਾਡਾ ਦੇਸ਼ ਨਿਰਭਰ ਕਰਦਾ ਆ। ਇਸ ਟਾਈਮ ਦੇਸ਼ ਦਾ ਜਿਹੜਾ 70% ਅੰਨ ਹੈਗਾ ਆ, ਉਹਦੀ ਮੈਂ ਗੱਲ ਕਵਾਂ ਤੇ ਉਹ ਕਿਸਾਨੀ ਦੇ ਉੱਤੇ ਨਿਰਭਰ ਹੈਗਾ। ਜੇ ਕਿਸਾਨੀ ਕਾਮਯਾਬ ਆ ਤੇ ਸਾਰੇ ਦੇਸ਼ ਦੀ ਆਰਥਿਕਤਾ ਕਾਮਯਾਬ ਆ। ਜਿੱਥੇ ਕਿਸਾਨੀ ਫੇਲ ਹੁੰਦੀ ਆ, ਉੱਥੇ ਦੇਸ਼ ਦੀ ਜਿਹੜੀ ਰੀੜ੍ਹ ਦੀ ਹੱਡੀ ਆ, ਉੱਥੋਂ ਦੀ ਆਰਥਿਕਤਾ ਆ, ਉਹ ਕਿਸਾਨੀ ਆ, ਉਹਨੂੰ ਸੱਟ ਵੱਜਦੀ ਹੈਗੀ ਆ। ਇਸ ਵਾਰੀ ਵੀ ਕੀ ਹੋਇਆ ਕਿ ਜੇ ਕਿਸਾਨ ਜਿਹੜਾ ਇਸ ਮਜਬੂਰੀ ਦੇ ਵਿੱਚ ਹੜ੍ਹ ਚੁੱਕਿਆ, ਹੜ੍ਹ ਨੇ ਉਹਨੂੰ ਖਰਾਬਾ ਜਿਹੜਾ ਹੈਗਾ ਉਹ ਹੋ ਚੁੱਕਿਆ ਹੈਗਾ, ਉੱਥੇ ਜਿਹੜਾ ਮਜ਼ਦੂਰ ਵਰਗ ਹੈਗਾ ਉਹਨੂੰ ਵੀ ਕੰਮ ਨਹੀਂ ਮਿਲਣਾ, ਕਿਉਂਕਿ ਉਹਦੀ ਜਿਹੜੀ ਆਸ ਸੀਗੀ ਉਹ ਵੀ ਕਿਸਾਨ ਦੇ ਉੱਤੇ ਸੀ, ਉਹਦੀ ਖੇਤੀ ਉੱਤੇ ਸੀਗਾ। ਹੁਣ ਨਾ ਮਜ਼ਦੂਰ ਨੂੰ ਮਜ਼ਦੂਰੀ ਮਿਲਣੀ ਆ, ਕਿਸਾਨ ਨੂੰ ਖੁਦ ਨੂੰ ਆਸ ਨਹੀਂ ਹੈਗੀ, ਸਰਕਾਰ ਉੱਤੇ ਕਿਤੇ ਆ ਕੇ ਖੜੀ ਨਹੀਂ ਹੈਗੀ। ਸੋ ਇਹਨਾਂ ਦੇ ਖਰਾਬੇ ਅੱਜ ਦੇ ਨਹੀਂ ਹੋ ਰਹੇਗੇ, ਕਿਉਂਕਿ ਜਿਹੜਾ ਇਹ ਬੰਨ ਦਾ ਇਲਾਕਾ ਆ, ਇੱਥੇ ਵਾਰੋ ਵਾਰੀ ਸਾਨੂੰ ਜਿਹੜੀ ਰਿਪੋਰਟ ਮਿਲ ਰਹੀ ਆ ਉਹ ਇਹੀ ਮਿਲ ਰਹੀ ਆ ਕਿ ਹਰ ਸਾਲ ਹੀ ਜਿਹੜਾ ਹੈਗਾ ਆ ਉਹ ਪਾਣੀ ਮਾਰ ਕਰਦਾ ਹੈਗਾ। ਤੇ ਬਹੁਤ ਵਾਰੀ ਹੁੰਦਾ ਕਿ ਕਿਸੇ ਇਲਾਕੇ ਦੇ ਵਿੱਚ ਤਾਂ ਜਿਹੜਾ ਹੈਗਾ ਖਰਾਬੇ ਦਾ ਮੁਆਵਜ਼ਾ ਉਹਨਾਂ ਨੂੰ ਮਿਲਿਆ, ਪਰ ਬਹੁਤ ਥਾਵਾਂ ਦੇ ਉੱਤੇ ਆ ਕਾਲੀਆਂ ਭੇਡਾਂ ਇਹੋ ਜਿਹੀਆਂ ਬੈਠ ਚੁੱਕੀਆਂ। ਪਟਵਾਰੀ ਜਿਹੜੇ ਗਦੌਰੀਆਂ ਕਾਰਨ ਮਾਲ ਮਹਿਕਮੇ ਦੇ ਲੋਕ ਆਉਂਦੇ ਹੈਗੇ ਆ, ਉਹ ਪਿੰਡ ਦੇ ਵਿੱਚ ਹੀ ਕਿਸੇ ਮੋਹਤਬਾਰ ਨਾਲ ਰਲ ਜਾਂਦੇ ਹੈਗੇ ਆ, ਤੇ ਜਿਹੜੇ ਇਹੋ ਜਿਹੇ ਜਗਾੜੂ ਪਰਿਵਾਰ ਹੈਗੇ ਆ ਉਹ ਸਾਰੀਆਂ ਸਹੂਲਤਾਂ ਲੈ ਜਾਂਦੀਆਂ, ਜਿਹੜਾ ਲੋੜਵੰਦ ਕਿਸਾਨ ਹੈਗਾ ਆ ਉਹ ਰਹਿ ਜਾਂਦਾ। ਸੋ ਬਹੁਤੇ ਕਿਸਾਨ ਜਿਹੜੇ ਆ ਆਰਥਿਕ ਪੱਖੋਂ ਟੁੱਟ ਚੁੱਕੇ ਹੈਗੇ ਆ। ਪੰਜਾਬ ਪਹਿਲਾਂ ਹੀ ਖੁਦਕੁਸ਼ੀਆਂ ਦੇ ਰਾਹ ਪਿਆ ਸੀਗਾ। ਹੁਣ ਤਾਂ ਇਹੀ ਅਰਦਾਸ ਹੈਗੀ ਆ ਕਿ ਜੇ ਇਹ ਅੰਨੀ ਬੋਲੀ ਤੇ ਸੁੱਤੀ ਹੋਈ ਸਰਕਾਰ, ਜਿਹਨੇ ਐਲਾਨ ਹੀ ਕੀਤੇ ਆ, ਜਿਹਨੇ ਪੈਕੇਜ ਹੀ ਦੱਸਿਆ ਵੀ ਸੈਂਟਰ ਦੇ ਪੈਕੇਜ ਆਹ ਸੀਗੇ, ਪੰਜਾਬ ਦੇ ਪੈਕੇਜ ਪੰਜਾਬ ਦੇ ਆਹ ਆ, ਪਰ ਹਜੇ ਤੱਕ ਜਿਹੜਾ ਹੈਗਾ ਆ ਉਹ ਰਾਜੇ ਨੇ ਦੁਬਾਰਾ ਗੇੜਾ ਨਹੀਂ ਮਾਰਿਆ। ਰਾਜੇ ਦੇ ਐਲਾਨ ਹੀ ਰਹੇ ਆ, ਰਾਜਾ ਆਪਣੀਆਂ ਯਾਸ਼ੀਆਂ 'ਚ ਪਿਆ। ਮੈਨੂੰ ਕਹਿਣ 'ਚ ਕੋਈ ਸੰਕੋਚ ਨਹੀਂ ਹੈਗਾ। ਇੱਕ ਪੰਜਾਬੀ ਹੋਣ ਦੇ ਨਾਤੇ ਮੈਂ ਆਪਦੇ ਕਿਸਾਨ ਵੀਰਾਂ ਦਾ, ਮੈਂ ਮਜ਼ਦੂਰਾਂ ਦਾ ਦਰਦ ਸਮਝਦਾ ਹੋਇਆ ਮੈਂ ਇਹ ਗੱਲ ਕਹਿਣਾ ਹੈਗਾ ਆ ਸਿੱਖ ਚੈਨਲ ਦੇ ਜ਼ਰੀਏ ਕਿ ਇਹ ਬਹੁਤ ਵੱਡੀ ਤਰਾਸਦੀ ਸਥਿਤੀ ਜਿਹੜੀ ਇਸ ਟਾਈਮ ਸੰਕਟਮਈ ਬਣੀ ਹੋਈ ਆ। ਇਹਦੇ ਵਿੱਚ ਜਿਹੜੀ ਆ ਘੱਟ ਤੋਂ ਘੱਟ ਜੇ ਹੁਣ ਵੀ ਉਹ ਜਾਗਰੂਕ ਹੋ ਕੇ ਬਾਂਹ ਫੜਦੇ ਆ ਕੇ, ਤੇ ਪੰਜਾਬ ਜਿਹੜਾ ਹੈਗਾ ਉਹ ਖੁਦਕੁਸ਼ੀਆਂ ਦੇ ਰਾਹ ਪੈਣ ਤੋਂ ਬਚ ਸਕਦਾ। ਇਕੱਲਾ ਕਿਸਾਨ ਹੀ ਨਹੀਂ, ਮਜ਼ਦੂਰ ਵਰਗ ਵੀ ਖੁਦਕੁਸ਼ੀਆਂ ਦੇ ਰਾਹ ਪਿਆ ਹੈਗਾ। ਸੋ ਸਾਨੂੰ ਇਹਨਾਂ ਨੂੰ ਬਚਾਉਣ ਦੀ ਲੋੜ ਹੈ। ਨਿਰਮਲ ਸਿੰਘ ਜੀ, ਇੱਕ ਤੇ ਤੁਸੀਂ ਇਹ ਦੱਸੋ ਕਿ ਲੋੜ ਹੁਣ ਮੁੱਖ ਤੌਰ ਦੇ ਉੱਤੇ ਕੀ ਆ, ਮੰਗ ਤੁਹਾਡੀ ਕੀ ਹੈਗੀ, ਕੀ ਤੁਹਾਨੂੰ ਜਿਹੜਾ ਆ ਉਹ ਮਿਲਣਾ ਚਾਹੀਦਾ ਵਾ? ਸਰਕਾਰ ਦੀ ਗੱਲ ਕਰੀਏ ਜਾਂ NRI ਭੈਣ ਭਰਾਵਾਂ ਦੀ ਗੱਲ ਕਰੀਏ, ਚਲੋ ਥੋੜ੍ਹੀ ਮਦਦ ਜਿਹੜੀ ਆ ਉਹ ਵੀ ਕੀਤੀ ਜਾਵੇ। ਤੇ ਹੁਣ ਤਾਂ ਬਾਹਲੀ ਇਹੀ ਆ ਜੀ, ਸਰਕਾਰ ਵੱਲੋਂ ਜੇ ਆ ਕੁਛ ਮੁਆਵਜ਼ਾ ਮਿਲ ਜਾਏ ਤੇ ਉਹਦੀ ਆ ਹੋਰ ਦਾਣਾ ਫੱਕਾ ਜਿਹੜਾ ਉਹ ਤਾਂ ਬਚਾ ਲਿਆ ਅਸੀਂ। ਅੱਛਾ ਜੀ। ਹੈਂ, ਪਾਸੇ ਕੱਢ ਲਿਆ, ਉੱਥੋਂ ਮਾਲ ਡੰਗਰ ਵੀ ਜਿਹੜਾ ਆਪਦਾ ਉਹ ਵੀ ਸਾਂਭ ਲਿਆ। ਤੇ ਬਾਕੀ ਆਹ ਸਰਕਾਰ ਵੱਲੋਂ ਹੀ ਆ ਜਿਹੜੀ ਮੰਗ। ਤੇ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਵੀ ਹੋਣਗੇ, ਕਿਸਾਨ ਇਸ ਤਰ੍ਹਾਂ ਦੇ ਵੀ ਹੋਣਗੇ ਜਿਨ੍ਹਾਂ ਨੇ ਠੇਕੇ 'ਤੇ ਜ਼ਮੀਨਾਂ ਲਈਆਂ ਆ, ਅਤੇ ਉਹਨਾਂ ਨੇ ਤਕਰੀਬਨ ਕਈ ਵਾਰ ਹੁੰਦਾ ਕਿ ਅੱਧਾ ਠੇਕਾ ਦੇ ਦਿੰਦੇ ਆ ਅਤੇ ਅੱਧਾ ਜਿਹੜਾ ਉਹ ਰਹਿੰਦਾ ਹਜੇ, ਪਰ ਉਹਨਾਂ ਵਾਸਤੇ ਹੁਣ ਮੁਸ਼ਕਿਲ ਖੜੀ ਹੋ ਗਈ ਹੈ। ਇਹ ਅੱਧਾ ਠੇਕਾ ਉਹਨਾਂ ਲੈ ਲਿਆ ਮਾਲਕ ਨੇ, ਅੱਧਾ ਰਹਿੰਦਾ ਵੀ ਗਾਂ ਉਹ ਕਾਲੀ ਫਸਲ 'ਤੇ ਚਲੇ ਗਿਆ, ਉਹਨਾਂ ਵਾਸਤੇ ਬਹੁਤ ਮੁਸ਼ਕਿਲ ਹੋ ਗਈ ਆ। ਉਹ ਸਰਕਾਰ ਸੋਚੇ, ਹੈਂ, ਉਹ ਗੌਰਮੈਂਟ ਸੋਚੇ ਵੀ ਇਹਦਾ ਕੀ, ਉਹਨੂੰ ਜਿਹੜਾ ਵਾਹੁੰਦਾ ਸੀ ਉਹਨੂੰ ਮਿਲਣੀ ਚਾਹੀਦੀ ਆ, ਤੇ ਚਾਹੀਦੇ ਉਹਨੂੰ ਮਿਲਣੇ ਆ। ਤੇ ਹੁਣ ਇਹਨਾਂ ਜਿਹੜੇ ਆ ਉਹ ਮਾਲਕ ਪਿਛਲੇ ਮਾਲਕੀ ਦੇ ਨਾਲ ਇਹਨਾਂ ਬਚਾਅ ਕਰੇ ਸਰਕਾਰ। ਬਿਲਕੁਲ, ਠੇਕੇ ਦੇ ਉੱਤੇ ਜ਼ਮੀਨਾਂ ਬਹੁਤ ਸਾਰੇ ਕਿਸਾਨ ਇਸ ਤਰ੍ਹਾਂ ਦੇ ਹੁੰਦੇ ਆ ਜਿਹਦੀ 5 ਜਾਂ 7 ਏਕੜ ਜਾਂ 10 ਏਕੜ ਆ, ਉਹ ਇੰਨੀ ਕੁ ਜ਼ਮੀਨ ਹੋਰ ਠੇਕੇ 'ਤੇ ਲੈ ਲੈਂਦੇ ਆ ਕਿ ਖੇਤੀ ਜਿਹੜੀ ਆ ਉਹ ਚੰਗੀ ਹੋ ਜਾਂਦੀ ਆ। ਮਿਹਨਤ ਤੇ ਕਰਨੀ ਆ, ਚਲੋ ਨਾਲ ਜਿਹੜੀ ਆ ਉਹ ਠੇਕੇ 'ਤੇ ਜ਼ਮੀਨ ਲੈ ਕੇ ਵੀ ਮਿਹਨਤ ਉਹੀ ਲੱਗਣੀ ਆ। ਸੋ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉਹ ਵੀ ਹੋਇਆ ਕਿ ਜਿਹੜੀਆਂ ਫਸਲਾਂ ਬਰਬਾਦ ਹੋਈਆਂ, ਅਤੇ ਠੇਕੇ 'ਤੇ ਜਿਹੜੀਆਂ ਜ਼ਮੀਨਾਂ ਲਈਆਂ ਸੀਗੀਆਂ ਉਹ ਠੇਕਾ ਅੱਧਾ ਦਿੱਤਾ ਹੋਇਆ, ਅੱਧਾ ਦੇਣ ਵਾਲਾ, ਜਾਂ ਕਈ ਵਾਰ ਕੁਝ ਜਿਹੜੇ ਆ ਉਹ ਪੂਰਾ ਹੀ ਠੇਕਾ ਇੱਕੋ ਵਾਰੀ ਦੇ ਦਿੰਦੇ ਆ। ਸੋ ਉਹਨਾਂ ਵਾਸਤੇ ਹੁਣ ਵੱਡੀ ਮੁਸ਼ਕਿਲ ਦੀ ਘੜੀ ਆ ਕਿ ਉਹ ਹੁਣ ਕਿੱਥੋਂ ਪੈਸੇ ਜਿਹੜੇ ਆ ਉਹ ਦੇਣਗੇ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਆ। ਸੋ ਸਿੱਧੂ ਸਾਹਿਬ, ਆਪਾਂ ਘਰਾਂ ਦੇ ਵਿੱਚ ਵੀ ਜਾ ਕੇ ਆਏ ਆ ਲੋਕਾਂ ਦੇ, ਜਿੱਥੇ ਆਪਾਂ ਫਸਲਾਂ ਦੀ ਗੱਲ ਕਰ ਰਹੇ ਉੱਥੇ ਹੋਰ ਵੀ ਬਹੁਤ ਸਾਰੇ ਨੁਕਸਾਨ ਹੋਏ ਆ। ਉਹ ਮੈਂ ਚਾਹੂੰਗਾ ਨੁਕਸਾਨ ਜਿਹੜੇ ਕਿਹੜੇ ਹੋਏ ਆ ਅਤੇ ਕਿੱਦਾਂ ਦੀਆਂ ਲੋੜਾਂ ਨੇ ਉਹਨਾਂ ਦੀਆਂ। ਬਿਲਕੁਲ ਜੀ, ਜਿਹੜਾ ਨੁਕਸਾਨ ਇਸ ਟਾਈਮ ਸਰਕਾਰੀ ਤੌਰ ਦੇ ਉੱਤੇ ਮੈਂ ਜੇ ਗੱਲ ਕਵਾਂ ਕਿ ਸਰਕਾਰੀ ਤੰਤਰ ਵੱਲੋਂ ਜੋ ਰੇਲਾਂ ਦਾ ਜਾਲ ਵਿਛਾਇਆ ਗਿਆ,
ਪਟੜੀਆਂ ਵਿਛਾਈਆਂ ਗਈਆਂ, ਸੜਕਾਂ ਦੇ ਉੱਤੇ ਜਿਹੜਾ ਕਰੋੜਾਂ ਰੁਪਈਆ ਜਿਹੜਾ ਲਾਇਆ ਗਿਆ ਤੇ ਫਿਰ ਟੋਲ ਟੈਕਸ ਲਾ ਕੇ ਜਨਤਾ ਕੋਲੋਂ ਹੀ ਕੱਢਿਆ ਜਾ ਰਿਹਾ ਹੈਗਾ। ਉਹ ਜਿਹੜੀਆਂ ਸੜਕਾਂ ਆ ਜਿਨ੍ਹਾਂ ਨੇ ਇਹ ਦਾਅਵੇ ਕੀਤੇ ਸੀਗੇ ਕਿ ਸੜਕਾਂ ਜਿਹੜੀਆਂ ਅਸੀਂ ਮਜ਼ਬੂਤ ਬਣਾਈਆਂ ਆ, ਜੇ ਮੈਂ ਫਿਰ ਇਸ ਇਲਾਕੇ ਦੀ ਗੱਲ ਕਰਾਂ, ਜੇ ਅਸੀਂ ਫਿਰੋਜ਼ਪੁਰ ਦੇ ਇਲਾਕੇ ਵਿੱਚ ਵੀ ਉਸ ਦਿਨ ਜਾ ਕੇ ਆਏ ਆ, ਇੱਧਰ ਵੀ ਜਾ ਕੇ ਆਏ, ਰੋਪੜ ਦੇ ਇਲਾਕੇ 'ਚ ਵੀ ਜਾ ਕੇ ਆਏ, ਲੁਧਿਆਣੇ ਦੇ ਵੀ ਅਸੀਂ ਫਲੋਰਾ ਵਾਲਾ ਜਿਹੜਾ ਉਹ ਫਾਟਕ ਜਿਹੜਾ ਉਹ ਦੇਖਿਆ, ਉਹ ਪੁਲ ਜਿਹੜਾ ਦੇਖਿਆ, ਜਿਹਦੀ ਪਿਛਲੇ ਦਿਨੀ ਖਬਰ ਵੀ ਆਈ ਆ। ਇਸ ਹੜ੍ਹ ਦੇ ਪਾਣੀ ਨੇ ਉਹਨਾਂ ਨੂੰ ਖੋਰਾ ਲਾਤਾ ਹੈਗਾ ਤੇ ਇੱਕ ਵਾਰੀ ਫਿਰ ਕਰੋੜਾਂ ਦਾ ਜਿਹੜਾ ਬੋਝ ਹੈਗਾ ਉਹ ਜਨਤਾ ਦੇ ਉੱਤੇ ਹੀ ਪੈਣਾ ਹੈਗਾ। ਇੱਕ ਤਾਂ ਉਹ ਨੁਕਸਾਨ ਹੋਇਆ, ਦੂਸਰਾ ਨੁਕਸਾਨ ਹੋਇਆ ਪਸ਼ੂ ਧਨ ਦਾ। ਪਸ਼ੂ ਧਨ ਦਾ ਇਹ ਨੁਕਸਾਨ ਹੋਇਆ ਕਿ ਬਹੁਤੇ ਜਿਹੜੇ ਲੋਕ ਸੀਗੇ ਉਹਨਾਂ ਦਾ ਜਿਹੜਾ ਗੁਜ਼ਾਰਾ ਸੀ, ਜਿਹੜਾ ਦਾਰੋਮਦਾਰ ਸੀਗਾ, ਉਹ ਪਸ਼ੂਆਂ ਦੇ ਉੱਤੇ ਸੀਗਾ ਔਰ ਪਸ਼ੂਆਂ ਦਾ ਦੁੱਧ ਵੇਚ ਕੇ ਉਹ ਗੁਜ਼ਾਰਾ ਕਰਦੇ ਸੀਗੇ। ਚਾਹੇ ਉਹ ਬੱਕਰੀਆਂ ਸੀ, ਚਾਹੇ ਉਹ ਪੋਲਟਰੀ ਦਾ ਕੰਮ ਸੀਗਾ, ਚਾਹੇ ਉਹਨਾਂ ਨੇ ਮੱਝਾਂ ਗਾਵਾਂ ਘਰਾਂ ਦੇ ਵਿੱਚ ਰੱਖੀਆਂ ਸੀਗੀਆਂ। ਤੋ ਇਸ ਹੜ੍ਹ ਦੇ ਪਾਣੀ ਦੇ ਵਿੱਚ ਬਹੁਤੇ ਜਿਹੜੇ ਪਸ਼ੂ ਆ ਉਹ ਰੁੜ ਗਏ ਆ, ਹੜ੍ਹ ਗਏ ਆ। ਤੇ ਇਸ ਤੋਂ ਇਲਾਵਾ ਜਿਹੜੇ ਘਰਾਂ ਦੇ ਵਿੱਚ ਕੁਝ ਪਸ਼ੂ ਕਿੱਲਿਆਂ ਨਾਲ ਬੱਝੇ ਹੀ ਰਹਿ ਗਏ, ਉਹ ਪਾਣੀ ਵਿੱਚ ਉਨੇ ਦਿਨ ਡੁੱਬੇ ਰਹੇ ਕਿਉਂਕਿ ਪਾਣੀ ਇੰਨਾ ਜ਼ਿਆਦਾ ਸੀਗਾ ਕਿ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਸ ਤੋਂ ਬਾਅਦ ਹੁਣ ਜਿਹੜੀ ਸੰਕਟਮਈ ਸਥਿਤੀ ਉਹਨਾਂ ਲਈ ਆ ਚੁੱਕੀ ਹੈ, ਉਹ ਇਹ ਆ ਚੁੱਕੀ ਆ ਕਿ ਜਿਵੇਂ ਜਿਵੇਂ ਪਾਣੀ ਸੁੱਕੇ ਆ, ਇਸ ਇਲਾਕੇ ਦੀ ਖੇਤੀ ਦੇ ਵਿੱਚ ਜਿਹੜੀ ਬਰਬਾਦ ਹੋਈ ਉਹਦੇ ਵਿੱਚ ਪਸ਼ੂਆਂ ਦਾ ਚਾਰਾ ਵੀ ਬਰਬਾਦ ਹੋਇਆ। ਸੋ ਪਸ਼ੂਆਂ ਨੂੰ ਚਾਰਾ ਨਹੀਂ ਮਿਲ ਰਿਹਾ। ਲੋਕਾਂ ਦੇ ਜਿਹੜੇ ਤੂੜੀ ਦੇ ਕੁੱਪ ਸੀ, ਉਹ ਤੂੜੀ ਜਿਹਨੇ ਵਿਚਾਲੀ ਕਿਸੇ ਵੱਡੇ ਘਰ ਨੇ, ਆਮ ਜਿਹੜੇ ਘਰ ਸੀ, ਆਮ ਗਰੀਬ ਕਿਸਾਨ ਸੀਗੇ ਜਾਂ ਆਮ ਜਿਨ੍ਹਾਂ ਨੇ ਇੱਕ ਅੱਧਾ ਪਸ਼ੂ ਰੱਖਿਆ ਹੈਗਾ, ਉਹ ਆਪਦੀ ਤੂੜੀ ਪੱਠਾ ਕੁਝ ਵੀ ਨਹੀਂ ਬਚਾ ਸਕੇ। ਇੱਥੋਂ ਤੱਕ ਕਿ ਖੇਤਾਂ ਵਿੱਚ ਜਿਹੜਾ ਕੱਖ ਘਾਹ ਸੀਗਾ ਉਹ ਵੀ ਪਸ਼ੂਆਂ ਦੇ ਖਾਣ ਵਾਸਤੇ ਨਹੀਂ ਰਿਹਾ। ਇਹ ਵੀ ਇੱਕ ਕੁਦਰਤੀ ਜਿਹੜਾ ਆ ਉਹ ਨੁਕਸਾਨ ਹੋਇਆ। ਸੋ ਇਸ ਕਰਕੇ ਕੀ ਹੋਇਆ ਕਿ ਪੋਲਟਰੀ ਫਾਰਮ ਦੇ ਜਿਨ੍ਹਾਂ ਨੇ ਮੁਰਗੀ ਖਾਨੇ ਖੋਲ੍ਹੇ ਸੀ, ਕਈ ਜਗ੍ਹਾ ਪਾਣੀ ਵਿੱਚ ਉਹ ਵੀ ਆਏ ਆ ਤੇ ਪੋਲਟਰੀ ਦਾ ਜਿਹੜਾ ਨੁਕਸਾਨ ਹੈ ਉਹ ਵੀ ਹੋਇਆ। ਕਈ ਜਗ੍ਹਾ ਬੱਕਰੀਆਂ ਜਿਹੜੀਆਂ ਉਹ ਵੀ ਮਾਰੀਆਂ ਗਈਆਂ ਹੈਗੀਆਂ। ਸੋ ਇਸ ਕਰਕੇ ਜਿਹੜਾ ਪਸ਼ੂ ਧਨ ਹੈ ਉਹਦੀ ਵੀ ਲੋੜ ਹੈਗੀ ਆ, ਕਿਉਂਕਿ ਬਹੁਤਿਆਂ ਦਾ ਦਾਰੋਮਦਾਰ ਹੀ ਉਹ 'ਤੇ ਟਿਕਿਆ ਸੀਗਾ ਵੀ ਉਹਦਾ ਦੁੱਧ ਵੇਚਣਗੇ ਤਾਂ ਘਰ ਦਾ ਗੁਜ਼ਾਰਾ ਚੱਲੂਗਾ। ਹੁਣ ਉਹਨਾਂ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੂੰਗਾ ਵੀ ਜਿਹੜੇ ਵੀ ਲੋੜਵੰਦਾਂ ਨੂੰ ਸਹਾਇਤਾ ਦੇਣੀ ਚਾਹੁੰਦੇ ਹੈਗੇ ਆ, ਉਹ ਜਿੱਥੇ ਜਿਸ ਦਾ ਪਸ਼ੂ ਧਨ ਬਰਬਾਦ ਹੋਇਆ ਉਹਨੂੰ ਪਸ਼ੂ ਧਨ ਦੇਣ, ਕਿਉਂਕਿ ਹੁਣ ਪਸ਼ੂ ਜਿਹੜੇ ਆ ਉਹ ਤੂੜੀ ਖਾ ਕੇ ਹੰਬੇ ਆ ਤੇ ਇਸ ਕਰਕੇ ਉਹਨਾਂ ਵਿੱਚ ਜਿਹੜੀ ਪੌਸ਼ਟਿਕਤਾ ਦੀ ਕਮੀ ਹੋ ਗਈ ਆ। ਦੁੱਧ ਦੀ ਘਾਟ ਇਸ ਵਾਰੀ ਪੰਜਾਬ ਨੂੰ ਬਹੁਤ ਵੱਡੇ ਪੱਧਰ 'ਤੇ ਸਹਿਣੀ ਪੈਣੀ ਆ, ਕਿਉਂਕਿ ਵੈਸੇ ਤਾਂ ਨਕਲੀ ਦੁੱਧ ਬਥੇਰਾ ਬਣ ਰਿਹਾ ਹੈਗਾ ਕਹਿ ਸਕਦੇ ਹਾਂ, ਪਰ ਜਿਹੜਾ ਅਸਲੀ ਦੁੱਧ ਆ ਉਹ ਤਾਂ ਪਹਿਲਾਂ ਹੀ ਥੋੜ੍ਹਾ ਸੀ ਤੇ ਹੁਣ ਦੇ ਪਸ਼ੂ ਧਨ ਦੀ ਬਰਬਾਦੀ ਕਰਕੇ, ਕੁਛ ਉਹਨਾਂ ਨੂੰ ਸੁੱਕੀ ਤੂੜੀ ਪਾਉਣ ਕਰਕੇ ਪਸ਼ੂਆਂ ਦੇ ਹਵਾਨਿਆਂ 'ਚੋਂ ਜਿਹੜਾ ਦੁੱਧ ਆ ਸੁੱਕ ਚੁੱਕਿਆ। ਇਸ ਕਰਕੇ ਜਿਹੜੇ ਆ ਇਸ ਤਰ੍ਹਾਂ ਦੇ ਨੁਕਸਾਨ ਜਿਹੜੇ ਆ ਸਾਨੂੰ ਜਰਨੇ ਪੈਣੇ ਆ, ਉਹ ਹੋਏ ਆ। ਉਹਦੇ ਕਰਕੇ ਹੀ ਲੋਕ ਜਿਹੜੇ ਅੱਗੇ ਆਉਣ ਤੇ ਲੋਕਾਂ ਨੂੰ ਜਿਹੜੇ ਆ ਪਸ਼ੂਆਂ ਦੇ ਰੂਪ 'ਚ ਵੀ ਸਹਾਇਤਾ ਦੇਣ, ਚਾਰੇ ਦੇ ਰੂਪ 'ਚ ਵੀ ਦੇਣ, ਚਾਹੇ ਉਹ ਹਰਾ ਚਾਰਾ, ਚਾਹੇ ਉਹ ਫੀਡ ਆ। ਇੱਦਾਂ ਦੀ ਜਿਹੜੀ ਲੋੜ ਆ ਉਹ ਹੈਗੀ ਇਸ ਟਾਈਮ। ਸਰਦਾਰ ਨਿਰਮਲ ਸਿੰਘ ਜੀ, ਤੁਹਾਡੇ ਨਾਲ ਗੱਲ ਕਰਾਂ ਤਾਂ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਝੋਨਾ ਬਰਬਾਦ ਹੋ ਗਿਆ, ਘਾਹ ਵੀ ਨਹੀਂ ਕਿਤੇ ਨਜ਼ਰ ਆਉਂਦਾ ਕਿਤੇ ਵੱਟ ਦੇ ਉੱਤੇ। ਇਹਦੇ ਨਾਲ ਪਸ਼ੂਆਂ ਵਾਸਤੇ ਜਿਹੜਾ ਚਾਰਾ ਬਰਬਾਦ ਹੋਇਆ, ਉਹਦੇ ਵਾਸਤੇ ਹੁਣ ਤੁਸੀਂ ਕੀ ਕਰ ਰਹੇ ਹੋ, ਕੀ ਪਾ ਰਹੇ ਹੋ ਪਸ਼ੂਆਂ ਨੂੰ? ਅਸੀਂ ਉਹਨੂੰ ਤੂੜੀ ਪਸ਼ੂਆਂ ਨੂੰ ਪਾ ਰਹੇ ਜੀ, ਹੋਰ ਕੋਈ ਨਹੀਂ। ਉਹਦੇ ਨਾਲ ਦੁੱਧ 'ਤੇ ਵੀ ਬੜਾ ਅਸਰ ਬਹੁਤ ਅੱਧਾ ਵੀ ਨਹੀਂ ਦੁੱਧ ਰਹਿ ਗਿਆ ਪਸ਼ੂਆਂ ਦਾ, ਮੱਝਾਂ ਦਾ ਦੁੱਧ ਅੱਧਾ ਵੀ ਨਹੀਂ ਰਹਿ ਗਿਆ। ਦੁੱਧ ਕਾਹਦੇ ਨਾਲ ਹੋਣਾ? ਹਰੇ ਚਾਰੇ ਨਾਲ ਹੋਣਾ, ਚਾਹੇ ਖਲ ਖੂਲ ਪਵੇ ਤਾਂ ਵੀ ਆ। ਆਟੇ ਜਿਹੜੇ ਉਹ ਵੀ ਮੋਗੇ ਜਿਹੜੇ ਪਹਿਲਾਂ ਪਿਆਏ ਹੋਏ ਸੀ ਪਾਣੀਆਂ ਨਾਲ, ਹੋਰ ਕੋਈ ਐਡਾ ਨਹੀਂ ਉਹਦੇ। ਇਹ ਸਰਕਾਰੀ ਤੌਰ 'ਤੇ ਕੋਈ ਪਸ਼ੂਆਂ ਵਾਸਤੇ ਵੀ ਕੋਈ ਖਲ ਫੀਡ ਜਾਂ ਚੌਕਰ ਵਗੈਰਾ ਉਹਨਾਂ ਨੇ ਦਿੱਤਾ ਵਾ ਕੋਈ ਥੋੜ੍ਹਾ ਬਹੁਤਾ? ਬਹੁਤ ਘੱਟ ਦਿੱਤਾ ਅੱਛਾ, ਹੈ, ਬਹੁਤ ਘੱਟ ਦਿੱਤਾ। ਜਿਸ ਹਿਸਾਬ ਨਾਲ ਪਸ਼ੂਆਂ ਦੀ ਕੁਆਲਿਟੀ ਹੈ ਨਾ, ਹੁਣ ਕਿਲੋ ਕਿੰਨਾ ਕੀ ਬਣਦਾ ਇੱਕ ਡੰਗਰ ਦਾ? ਬਿਲਕੁਲ, ਕਿਉਂਕਿ ਹਰਿਆ ਚਾਰਾ ਤਾਂ ਬਿਲਕੁਲ ਨਹੀਂ। ਹਰਾ ਚਾਰਾ ਉਹ ਨਹੀਂਗਾ, ਹੈਂ, ਹਰਾ ਚਾਰਾ ਹੋਵੇ ਫੇਰ ਹੀ ਨਾਲ ਉਹ ਕੰਮ ਕਰਦਾ ਤੇ ਇਹ ਤੋਂ ਵੱਧ ਪਊ ਫੇਰ ਹੀ ਉਹਨੇ ਅਸਰ ਕਰਨਾ। ਪਸ਼ੂ ਜਿਹੜੇ ਆ ਉਹ ਕਮਜ਼ੋਰ ਵੀ ਹੋਏ ਹੋਣੇ ਆ? ਬਹੁਤ ਕਮਜ਼ੋਰ ਹੋ ਗਿਆ ਪਹਿਲੋਂ ਨਾ। ਜਿੱਥੇ ਪਸ਼ੂਆਂ ਨੇ ਦੁੱਗਣਾ ਦੁੱਧ ਦੇਣਾ ਸੀ ਉੱਥੇ ਅੱਧਾ ਵੀ ਨਹੀਂ ਰਹਿ ਗਿਆ। ਸੋ ਬਿਲਕੁਲ ਪਸ਼ੂ ਜਿਹੜੇ ਆ, ਜਿੱਥੇ ਆਮ ਲੋਕ ਜਿਹੜੇ ਇਸ ਏਰੀਏ ਦੇ ਉਹ ਪ੍ਰਭਾਵਿਤ ਹੋਏ, ਬਹੁਤ ਸਾਰੇ ਪਸ਼ੂ ਮਰੇ ਵੀ ਆ, ਜਿਹੜੇ ਜਿਉਂਦੇ ਰਹਿ ਗਏ ਆ, ਪਸ਼ੂ ਜਿਹੜੇ ਬਚ ਗਏ ਜਾਂ ਬਚਾ ਲਏ ਆ। ਜਿੱਧਰ ਪਾਣੀ ਥੋੜ੍ਹਾ ਘੱਟ ਸੀਗਾ, ਚਾਰਾ ਸਾਰਾ ਬਰਬਾਦ ਹੋਣ ਕਰਕੇ ਹੁਣ ਉਹਨਾਂ ਨੂੰ ਰਜਵਾਂ ਚਾਰਾ ਵੀ ਨਹੀਂ ਮਿਲ ਰਿਹਾ ਪਸ਼ੂਆਂ ਨੂੰ। ਸੋ ਕੋਈ ਜਿਹੜਾ ਹੈ ਉਹ ਤੂੜੀ ਦੇ ਉੱਤੇ ਆਟਾ ਪਾ ਕੇ ਪਸ਼ੂਆਂ ਨੂੰ ਪਾ ਰਿਹਾ, ਜਾਂ ਕੋਈ ਥੋੜ੍ਹਾ ਬਹੁਤਾ ਜਿੱਥੋਂ ਕਿਤੇ ਚੋਕਰ ਮਿਲਦਾ ਉਹ ਥੋੜ੍ਹਾ ਕਰਕੇ ਗੁਜ਼ਾਰਾ ਜਿਹੜਾ ਕਰ ਰਿਹਾ। ਪਰ ਜਿੰਨੀ ਇੱਕ ਪਸ਼ੂ ਦੀ ਖੁਰਾਕ ਹੋਣੀ ਚਾਹੀਦੀ ਹੈ, ਜਿੰਨੀ ਉਸਨੂੰ ਖੁਰਾਕ ਡੇਲੀ ਦੀ ਮਿਲਣੀ ਚਾਹੀਦੀ ਆ, ਉਹ ਨਹੀਂ ਮਿਲ ਪਾ ਰਹੀ, ਜਿਸ ਕਰਕੇ ਉਹਨਾਂ ਦਾ ਦੁੱਧ ਜਿਹੜਾ ਉਹ ਦਿਨੋਂ ਦਿਨ ਘਟਦਾ ਜਾ ਰਿਹਾ ਆ ਤੇ ਨਾਲ ਪਸ਼ੂ ਜਿਹੜੇ ਆ ਉਹ ਕਮਜ਼ੋਰ ਹੋ ਰਹੇ ਆ। ਸੋ ਸਿੱਧੂ ਸਾਹਿਬ, ਇਹ ਵੀ ਵੱਡੀ ਦਿੱਕਤ ਆ ਕਿ ਜਿੱਥੇ ਕਿਸਾਨ ਫਸਲਾਂ ਵੇਚ ਕੇ ਆਪਣਾ ਗੁਜ਼ਾਰਾ ਕਰਦਾ, ਉੱਥੇ ਉਸ ਦੇ ਨਾਲ ਪਸ਼ੂਆਂ ਦਾ ਦੁੱਧ ਵੀ ਜਿਹੜਾ ਉਹ ਵੀ ਵੇਚਿਆ ਜਾਂਦਾ ਹੈ, ਜਿਸ ਦੇ ਨਾਲ ਕੋਈ ਥੋੜ੍ਹਾ ਬਹੁਤਾ ਪੈਸਾ ਜਿਹੜਾ ਘਰੇ ਆਉਂਦਾ, ਉਸ ਦੇ ਨਾਲ ਕੋਈ ਸੌਦਾ ਪੱਤਾ, ਬੱਚਿਆਂ ਦੀ ਫੀਸ ਜਾਂ ਹੋਰ ਇਸ ਤਰ੍ਹਾਂ ਦਾ ਕੰਮ ਜਿਹੜਾ ਉਹ ਚੱਲਦਾ ਰਹਿੰਦਾ। ਸੋ ਇਹ ਵੀ ਇੱਕ ਵੱਡੀ ਦਿੱਕਤ ਹੈ। ਚਾਰਾ ਵੀ ਅਜੇ ਕਾਫੀ ਮਹੀਨੇ ਇੱਥੇ ਜਿਹੜਾ ਉਹ ਨਹੀਂ ਹੋ ਸਕੇਗਾ ਮੈਨੂੰ ਲੱਗਦਾ। ਇਸ ਨਾਲ ਜਿਹੜਾ ਆ ਉਹ ਹੋਰ ਵੱਡੀ ਦਿੱਕਤ ਪੈਦਾ ਹੋ ਸਕਦੀ ਹੈ।
ਜੀ ਬਿਲਕੁਲ ਇਸ ਟਾਈਮ ਜਿਹੜੀਆਂ ਦੇਖੋ ਮੈਂ ਪੰਜਾਬ ਨੂੰ ਇੱਕ ਕਹਿਣਾ ਚਾਹੂੰਗਾ, ਪੰਜਾਬ ਦੇ ਜਿਹੜੇ ਜ਼ਿਲ੍ਹੇ ਬਚੇ ਆ ਗਿੱਲ ਸਾਹਿਬ, ਉਹਨਾਂ ਜ਼ਿਲ੍ਹਿਆਂ ਦੇ ਬਾਰੇ ਜੇ ਮੈਂ ਕਹਾਂ ਤੇ ਉਹਨਾਂ ਜ਼ਿਲ੍ਹਿਆਂ ਦੇ ਲੋਕ ਜਿੱਥੇ ਕਿ ਚਾਰਾ ਹੈਗਾ, ਫਿਰ ਵੀ ਮੈਂ ਬਹੁਤ ਬਹੁਤ ਜ਼ਿਆਦਾ ਪੰਜਾਬੀਆਂ ਦੇ ਲਈ ਮਾਣ ਵਾਲੀ ਗੱਲ ਮੈਂ ਕਹਿ ਸਕਦਾ ਹੈਗਾ ਕਿ ਉਹ ਵਿਚਾਰੇ ਆਪਦੇ ਘਰਾਂ ਦੇ ਵਿੱਚੋਂ ਜਿੰਨਾ ਵੀ ਉਹਨਾਂ ਨੇ ਤੂੜੀ ਕੋਈ ਪੱਠਾ ਜੋ ਹਰਾ ਚਾਰਾ ਉਹ ਲਿਆ ਸਕਦੇ ਸੀ ਉਹ ਲੈ ਕੇ ਆਏ ਆ, ਉਹਨਾਂ ਨੇ ਪਹੁੰਚਾਇਆ ਹੈਗਾ। ਪਰ ਹੋਇਆ ਕੀ ਹੈ ਕਿ ਉਹ ਉਨਾ ਜ਼ਿਆਦਾ ਮੁਅੱਸਰ ਨਹੀਂ ਹੈਗਾ। ਜੇ ਅਗਲੇ ਮਹੀਨਿਆਂ ਦੀ ਗੱਲ ਕਰਾਂ ਕਿ ਜਦੋਂ ਤੱਕ ਚਾਰਾ ਜਿਹੜਾ ਆ ਉਹ ਪੈਦਾ ਨਹੀਂ ਹੋਊਗਾ, ਉਦੋਂ ਤੱਕ ਪਸ਼ੂਆਂ ਦੇ ਖਾਣ ਤੱਕ ਨਹੀਂ ਪਹੁੰਚੂਗਾ, ਉਦੋਂ ਤੱਕ ਜਿਹੜੀ ਆ ਪਸ਼ੂ ਨੂੰ ਘਾਟ ਹੋਣੀ ਆ, ਔਰ ਉਹ ਘਾਟ ਕਰਕੇ ਜਿਹੜਾ ਦੁੱਧ ਦੇ ਫਿਰ ਮੈਂ ਕਹਿੰਦਾ ਵੀ ਹਵਾਨੇ ਜਿਹੜੇ ਆ ਉਹ ਸੁੱਕ ਜਾਣੇ ਆ। ਸੁੱਕਣ ਕਰਕੇ ਕੀ ਆ, ਦੁੱਧ ਦੀ ਕਮੀ ਵੱਡੀ ਆ ਜਾਣੀ ਆ, ਔਰ ਪਸ਼ੂ ਦੀ ਸਿਹਤ ਉੱਤੇ ਵੀ ਜਿਹੜਾ ਇਹਦਾ ਅਸਰ ਪੈਣਾ, ਕਿਉਂਕਿ ਪਸ਼ੂ ਦਾ ਸਰੀਰ ਹੁਣ ਮਨੁੱਖੀ ਸਰੀਰ ਵਾਂਗੂ ਹੀ ਸਰੀਰ ਆ, ਉਸ ਕਲਪੁਰਖ ਨੇ ਪੈਦਾ ਕੀਤਾ, ਉਹਨੂੰ ਵੀ ਉਨੀ ਪੌਸ਼ਟਿਕ ਤੱਤਾਂ ਦੀ ਲੋੜ ਹੈਗੀ ਹੈ ਜਿੰਨੀ ਕਿ ਸਾਨੂੰ ਹੈ, ਜੋ ਕਿ ਉਹਨੂੰ ਉਹਦੇ ਵਿੱਚੋਂ ਹੀ ਮਿਲਣਾ ਹੈਗਾ। ਸੋ ਇਸ ਲੋੜ ਜਿਹੜੀ ਸੀ ਆ ਇਸ ਟਾਈਮ ਸਭ ਤੋਂ ਵੱਡੀ ਆ ਕਿ ਵੱਧ ਤੋਂ ਵੱਧ ਜਿਹੜਾ ਆ ਹਰੇ ਚਾਰੇ ਦਾ ਜਿਹੜਾ ਪ੍ਰਬੰਧ ਆ ਉਹ ਕੀਤਾ ਜਾਵੇ। ਤੇ ਹਰੇ ਚਾਰੇ ਦੇ ਪ੍ਰਬੰਧ ਦੇ ਨਾਲ ਜੇ ਮੈਂ ਕਹਾਂ ਕਿ ਜਿਹੜਾ ਹੈਗਾ ਫੀਡ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਸੰਤੁਲਿਤ ਖੁਰਾਕ ਜਿਹੜੀ ਸਾਨੂੰ ਮਿਲਦੀ ਆ ਉਹ ਪਹੁੰਚਾਈ ਜਾਵੇ, ਤਾਂ ਕਿ ਜੇ ਪਸ਼ੂ ਧਨ ਬਚੂਗਾ ਉਹ ਤਾਂ ਦੁੱਧ ਵੇਚ ਕੇ ਜਿਹਨਾਂ ਘਰਾਂ ਦਾ ਗੁਜ਼ਾਰਾ ਹੁੰਦਾ ਹੈਗਾ ਉਹਨਾਂ ਦੀ ਜਿਹੜੀ ਆਰਥਿਕਤਾ ਨੂੰ ਉਹ ਜਿਹੜਾ ਹਲਾਰਾ ਮਿਲੂਗਾ। ਦੂਸਰੀ ਗੱਲ ਇੱਥੇ ਇਹ ਵੀ ਆਉਂਦੀ ਆ ਕਿ ਜਿਵੇਂ ਹੁਣ ਸਬਜ਼ੀਆਂ ਬਰਬਾਦ ਹੋਈਆਂ, ਸਬਜ਼ੀਆਂ ਦੇ ਕਰਕੇ ਆਮ ਲੋਕਾਂ ਦੇ ਉੱਤੇ ਵੀ ਇਹਦਾ ਅਸਰ ਹੋਣਾ ਹੈ, ਕਿਉਂਕਿ ਆਮ ਲੋਕਾਂ ਨੂੰ ਹੁਣ ਸਬਜ਼ੀ ਖਾਣ ਦਾ ਵੀ ਜਿਹੜਾ ਉਹ ਨਹੀਂ, ਉੱਦਾਂ ਦੀਆਂ ਸਬਜ਼ੀਆਂ ਖਾਧੀਆਂ ਜਿਹੜੀਆਂ ਸਸਤੇ ਰੂਪ 'ਚ ਗਰੀਬ ਖਾ ਲੈਂਦਾ ਸੀ, ਤੇ ਉਹਨਾਂ ਦੀ ਸਿਹਤ ਉੱਤੇ ਵੀ ਅਸਰ ਹੈ। ਸੋ ਧਨ ਤੇ ਪਸ਼ੂ ਧਨ ਜਿਹੜਾ ਹੈਗਾ ਆ ਉਹਦੀ ਸਿਹਤ ਦੇ ਉੱਤੇ ਜਿਹੜਾ ਆ ਬਹੁਤ ਮਾੜਾ ਜਿਹੜਾ ਹੈਗਾ ਇਹਨਾਂ ਹੜ੍ਹਾਂ ਨੇ ਅਸਰ ਪਾਇਆ ਹੈ। ਸੋ ਬਿਲਕੁਲ ਬਹੁਤ ਜ਼ਿਆਦਾ ਗਹਿਰਾ ਅਸਰ ਜਿਹੜਾ ਆਇਆ ਉਹ ਹੜ੍ਹ ਪ੍ਰਭਾਵਿਤ ਏਰੀਏ ਦੇ ਵਿੱਚ ਹਰੇਕ ਜਿਹੜਾ ਇੱਥੇ ਰਹਿਣ ਵਾਲਾ ਹੈ ਉਸ ਦੇ ਉੱਤੇ ਨਜ਼ਰ ਆ ਰਿਹਾ ਆ, ਚਾਹੇ ਉਹ ਪੰਛੀ ਹੋਣ, ਕਿਉਂਕਿ ਉਹਨਾਂ ਵਾਸਤੇ ਵੀ ਕੁਛ ਨਹੀਂ ਇੱਥੇ ਹੈਗਾ ਇਸ ਵੇਲੇ, ਜਿੱਥੋਂ ਉਹ ਚੋਗਾ ਜਿਹੜਾ ਉਹ ਚੁਗ ਸਕਣ, ਪਸ਼ੂਆਂ ਵਾਸਤੇ ਚਾਰਾ ਨਹੀਂ ਰਿਹਾ। ਜੇ ਆਮ ਲੋਕਾਂ ਦੀ ਗੱਲ ਕਰੀਏ ਉਹਨਾਂ ਵਾਸਤੇ ਜਿਹੜੇ ਆ ਉਹ ਝੋਨਾ ਬੀਜਿਆ ਜਾਂਦਾ ਵਾ, ਉੱਤੋਂ ਚੌਲ ਜਿਹੜੇ ਆ ਉਹ ਕਿਸਾਨ ਜਿਹੜੇ ਆ ਉਹ ਆਪਣੇ ਘਰਾਂ 'ਚ ਰੱਖ ਲੈਂਦੇ, ਸਾਰਾ ਸਾਲ ਜਿਹੜੀ ਵਰਤੋਂ ਕੀਤੀ ਜਾਂਦੀ ਆ ਉਹ ਵੀ ਨਹੀਂ ਰਹੇ। ਸੋ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਜੇ ਕਿ ਕਿੰਨਾ ਭਾਰੀ ਉਜਾੜਾ ਜਿਹੜਾ ਉਹ ਹੋਇਆ ਆ। ਸਰਦਾਰ ਨਿਰਮਲ ਸਿੰਘ ਜੀ, ਗੱਲ ਕਰੀਏ ਮੋਟਰ ਦੀ, ਮੈਂ ਮੋਟਰ ਵੀ ਦੇਖ ਰਿਹਾ ਵਾਂ ਤੁਹਾਡੀ, ਅਤੇ ਉਹਦੇ ਅੱਗੇ ਤੁਸੀਂ ਜਿਹੜਾ ਆ ਉਹ ਬੰਨਿਆ ਹੋਇਆ ਆ, ਬੋਰੀ ਬੰਨੀ ਹੋਈ ਆ। ਸੋ ਮੋਟਰਾਂ ਦਾ ਬਚਾਅ ਹੋ ਗਿਆ ਇਸ ਤਰੀਕੇ ਨਾਲ, ਜਾਂ ਬਹੁਤ ਸਾਰੇ ਕਿਸਾਨਾਂ ਦੀਆਂ ਖਰਾਬ ਵੀ ਹੋਈਆਂ? ਅਜੇ ਚਲਾ ਕੇ ਨਹੀਂ ਵੇਖੀਆਂ, ਜੋ ਚਲਾ ਕੇ ਵੇਖਾਂਗੇ ਇਹ ਪਾਣੀ ਤਾਂ ਹੈਗਾ ਜੀ, ਉਹਦਾ ਕਰਕੇ ਚਲਾ ਕੇ ਨਹੀਂ ਵੇਖੀਆਂ, ਜਿਉਂ ਚਲਾ ਕੇ ਵੇਖਾਂਗੇ ਉਦੋਂ ਪਤਾ ਲੱਗਣਾ ਸਹੀ ਇਹਨਾਂ ਦਾ। ਅੱਛਾ ਜੀ। ਤੇ ਅਸਲ ਤੋਂ ਵਾਲਾ ਖਰਾਬੇ 'ਚ ਹੀ ਆਉਂਦੀਆਂ, ਬਾਲੀਆਂ ਤੇ ਖਰਾਬੇ 'ਚ ਹੀ ਆਈਆਂ ਵਾ, ਇਹ ਜਾਂ ਚੱਲਣਗੀਆਂ ਉਦੋਂ ਪਤਾ ਲੱਗਣਾ। ਹਾਂਜੀ, ਬੋਰ ਜਿਹੜੇ ਆ, ਬੋਰਾਂ ਦਾ ਵੀ ਨੁਕਸਾਨ ਜਿਹੜਾ ਉਹ ਹੋ ਜਾਂਦਾ ਇਸ ਦੇ ਨਾਲ, ਜਿਵੇਂ ਮੋਟਰਾਂ ਤੇ ਖਰਾਬ ਹੋਈ ਜਾਂਦੀਆਂ, ਬੋਰ ਵੀ ਜਿਹੜੇ ਖਰਾਬ ਹੋ ਜਾਂਦੇ ਆ। ਬੋਰ ਵੀ ਖਰਾਬ ਹੋ ਜਾਂਦੇ, ਕਈ ਵਾਰਾਂ ਪਾਣੀ ਪੈ ਜਾਏ ਨਾ ਬੋਰ ਵੀ ਖਰਾਬ ਹੋ ਜਾਂਦੇ ਜੀ। ਸੋ ਤੁਸੀਂ ਬਚਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਆ? ਆਪਦੀ ਕੋਸ਼ਿਸ਼ ਕਰਨੀ ਆ, ਜ਼ਿਮੀਂਦਾਰ ਨੇ ਕਿਸੇ ਨੇ ਵੀ ਆ ਆਪਦੀ ਕੋਸ਼ਿਸ਼ ਕਰਨੀ ਆ, ਹਰ ਇੱਕ ਕੰਮ। ਹੁਣ ਬੰਨ ਵੀ ਬਚਾਉਣ ਨੂੰ ਕੋਸ਼ਿਸ਼ ਕਰਦੇ ਰਹੇ ਜੀ। ਹੈਂ। ਬੰਨ ਦਾ ਮੈਨੂੰ ਦੱਸੋ ਵੀ ਕੀ ਕਾਰਨ ਸੀਗਾ? ਪਹਿਲਾਂ ਤੁਸੀਂ ਵੀ ਉੱਧਰ ਜਾਂਦੇ ਆਉਂਦੇ ਹੋਵੋਗੇ, ਬੰਨ ਪਹਿਲਾਂ ਕਿਸੇ ਨੇ ਨਹੀਂ ਦੇਖਿਆ ਕਿ ਕਮਜ਼ੋਰ ਹੈ ਜਾਂ ਸਰਕਾਰੀ ਤੌਰ 'ਤੇ ਪੱਕਾ ਕਰਨ ਦੀ ਕੋਸ਼ਿਸ਼ ਨਹੀਂ ਹੋਈ? ਇਹ ਵੀ ਇੱਕ ਸਰਕਾਰੀ ਨਾਕਾਮੀ ਜਿਹੜੀ ਸਾਹਮਣੇ ਆਈ ਹੈ। ਇਹਦਾ ਕੋਈ ਸਾਨੂੰ ਸਮਝ ਨਹੀਂ ਲੱਗੀ ਵੀ ਕੀ ਇਹ ਕੀਤਾ ਵਾ ਸਰਕਾਰ ਨੇ, ਇਹਦਾ ਹੱਲ ਵੇਖਿਆ ਹੀ ਨਹੀਂਗਾ। ਜ਼ਿਮੀਂਦਾਰ ਆਪ ਮਾੜਾ ਮੋਟਾ ਜਿੰਨਾ ਹੀ ਵੇਚਦੇ ਰਹੇ, ਸਰਕਾਰ ਕੁਝ ਹਿੰਮਤ ਕਰੇ ਫਿਰ ਹੀ ਜ਼ਿਮੀਂਦਾਰ ਵੀ ਕਰ ਸਕਦਾ ਜੀ। ਹਾਂ, ਤੇ ਹੁਣ ਤੱਕ ਵੀ ਜਦੋਂ ਬੰਨ ਬੰਨਿਆ ਵੀ ਗਿਆ ਉਹ ਵੀ ਆਮ ਲੋਕਾਂ ਨੇ ਬੰਨਿਆ, ਮੈਨੂੰ ਲੱਗਦਾ ਸਰਕਾਰੀ ਕੋਈ ਵੀ ਨਹੀਂ। ਉਹ ਜਨਤਾ ਨੇ ਬੰਨਿਆ ਜੀ, ਬਾਬੇ ਨੇ ਹਿੰਮਤ ਮਾਰੀ, ਨਾਲ ਜਨਤਾ ਲੱਗੀ, ਵੱਜ ਗਿਆ, ਪਾਣੀ ਰੋਕਿਆ, ਨਹੀਂ ਤਾਂ ਪਾਣੀ ਅਜੇ ਪਾਣੀ ਜਾਣਾ ਹੀ ਨਹੀਂ ਇੱਥੋਂ। ਹਾਂਜੀ। ਸੋ ਬਿਲਕੁਲ ਬਾਬਾ ਬਲਬੀਰ ਸਿੰਘ ਸੀਚੇਵਾਲ ਜਿਹੜੇ ਆ, ਉਹਨਾਂ ਦਾ ਬੰਨਾਂ ਦੇ ਵਿੱਚ ਕਿੰਨਾ ਕੁ ਯੋਗਦਾਨ ਇੱਥੇ ਰਿਹਾ ਬੰਨਣ ਦੇ ਵਿੱਚ? ਨਹੀਂ ਉਹਨਾਂ ਦਾ ਰਿਹਾ ਜੀ, ਉਹ ਆਪਣੇ ਆਪਣੇ ਜਾਣੀਆਂ ਨੇ, ਇੱਥੇ ਨਹੀਂ ਸੰਯੋਗ ਉਹਦਾ ਜੀ, ਇੱਥੇ ਬਾਬਾ ਹੋਰ ਸੀਗਾ ਜੀ। ਸੋ ਬਿਲਕੁਲ ਇੱਥੇ ਵੀ ਸਤਿਕਾਰ ਕਮੇਟੀ ਤੋਂ ਸੁਖਜੀਤ ਸਿੰਘ ਖੋਸਾ ਜਿਹੜੇ ਆ ਉਹ ਆਏ ਸੀਗੇ, ਉਹਨਾਂ ਦੇ ਨਾਲ ਬਹੁਤ ਸਾਰੇ ਸਿੰਘ ਸੀਗੇ ਜਿਨ੍ਹਾਂ ਨੇ ਲਗਾਤਾਰ ਦਿਨ ਰਾਤ ਲੱਗ ਕੇ ਇੱਥੇ ਬੰਨ ਜਿਹੜਾ ਆ ਉਹ ਬੰਨਿਆ ਹੈ, ਇਸ ਇਲਾਕੇ ਨੂੰ ਜਿਹੜਾ ਆ ਉਹ ਬਚਾਇਆ। ਬਾਬਾ ਬਲਬੀਰ ਸਿੰਘ ਸੀਚੇਵਾਲ ਉਹਨਾਂ ਨੇ ਜਾਣੀਆਂ ਚਹਿਲ ਦਾ ਜਿਹੜਾ ਬੰਨ ਸੀਗਾ ਉੱਥੇ ਉਹ ਬੰਨਿਆ ਸੀਗਾ, ਉੱਥੇ ਵੀ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਜਿਹੜੀ ਆ ਕੀਤੀ। ਪਹਿਲਾਂ ਜਦੋਂ ਲੋਕ ਘਰਾਂ ਦੇ ਵਿੱਚ ਘਿਰੇ ਸੀਗੇ ਉਦੋਂ ਵੀ ਉੱਥੇ ਤੱਕ ਜਿਹੜਾ ਰਾਸ਼ਨ ਪਾਣੀ ਪਹੁੰਚਾਇਆ। ਸੋ ਲਗਾਤਾਰ ਸਾਨੂੰ ਵੀ ਤੁਸੀਂ ਦੇਖ ਰਹੇ ਹੋ ਕਿ ਅਸੀਂ ਵੀ ਲਗਾਤਾਰ ਜਿੱਦਣ ਦਾ ਹੀ ਹੜ੍ਹ ਆਇਆ ਉਸੇ ਦਿਨ ਤੋਂ ਹੀ ਲਗਾਤਾਰ ਇਸ ਏਰੀਏ ਦੇ ਵਿੱਚ ਵਿਚਰ ਰਹੇ ਹਾਂ, ਲੋਕਾਂ ਨੂੰ ਮਿਲ ਰਹੇ ਹਾਂ, ਮੁਸ਼ਕਲਾਂ ਸੁਣ ਰਹੇ ਹਾਂ, ਉਹਨਾਂ ਨੂੰ ਸਮਾਨ ਵੀ ਦੇ ਰਹੇ, ਉਹਨਾਂ ਦੀਆਂ ਲੋੜਾਂ ਦੇ ਮੁਤਾਬਕ ਸਾਰਾ ਕੁਝ ਜਿਹੜਾ ਹੈ ਉਹ ਪਹੁੰਚਾਇਆ ਜਾ ਰਿਹਾ ਆ। ਸੋ ਸਮਾਂ ਜਿਹੜਾ ਸਾਡੇ ਕੋਲ 1 ਮਿੰਟ ਦਾ ਹੀ ਰਹਿ ਗਿਆ ਵਾ। ਸਿੱਧੂ ਸਾਹਿਬ, ਕੀ ਕਹਿਣਾ ਚਾਹੋਗੇ ਅੰਤ ਦੇ ਉੱਤੇ?
ਮੈਂ ਇਹ ਅਪੀਲ ਵੀ ਕਰਨਾ ਚਾਹੂੰਗਾ ਸਿੱਖ ਸੰਗਤ ਨੂੰ ਤੇ ਖਾਸ ਤੌਰ ਦੇ ਉੱਤੇ ਅੰਨੀ ਬੋਲੀ ਸਰਕਾਰ ਨੂੰ ਮੈਂ ਇੱਕ ਵਾਰੀ ਫਿਰ ਕਹਿਣੀ ਚਾਹੂੰਗਾ। ਸੈਂਟਰ ਦੀ ਮੋਦੀ ਸਰਕਾਰ ਹਜੇ ਤੱਕ ਜਿਹੜੇ ਕਿ ਪੰਜਾਬ ਨੂੰ ਹੜ੍ਹਾਂ ਦੀ ਜਿਹੜੇ ਆ ਉਹ ਰਾਜ ਐਲਾਨਿਆ ਹੀ ਨਹੀਂ ਗਿਆ ਗਾ, ਤੇ ਨਾ ਹੀ ਹਜੇ ਉਹਨਾਂ ਦੀ ਤਕਲੀਫ ਨੂੰ ਸਮਝਿਆ। ਉਹਨਾਂ ਨੂੰ ਲੱਗ ਰਿਹਾ ਕਿ ਹਿੰਦੁਸਤਾਨ ਦੇ ਜਿਹੜੇ ਬਾਕੀ ਰਾਜ ਆ ਉਹੀ ਹੜ੍ਹ ਪੀੜਤ ਆ, ਪੰਜਾਬ ਹੜ੍ਹ ਪੀੜਤ ਨਹੀਂ। ਪੰਜਾਬ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਜ਼ਿਆਦਾ ਆ, ਪੰਜਾਬ ਦੇ ਉੱਤੇ ਜ਼ਿਆਦਾ ਗਾਜ ਡਿੱਗੀ ਆ। ਉਹ ਜਿਸ ਰਾਜ ਦੇ ਪਾਣੀ ਖੋਲੇ ਆ, ਜਿਸ ਰਾਜ ਦੇ ਉੱਤੇ ਪਹਿਲਾਂ ਹੀ ਆਰਥਿਕਤਾ ਐਡਾ ਵੱਡਾ ਬੋਝ ਪਾ ਚੁੱਕਾ, ਜਿੱਥੋਂ ਦੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ। ਪੰਜਾਬ ਹੀ ਇੱਕ ਇਹੋ ਜਿਹਾ ਆ ਇੰਡੀਆ ਦੇ ਵਿੱਚ ਜਿੱਥੋਂ ਦੇ ਕਿਸਾਨ ਸਭ ਤੋਂ ਵੱਧ ਖੁਦਕੁਸ਼ੀਆਂ ਕਰ ਰਹੇ ਆ। ਲੋੜ ਉਹਨਾਂ ਨੂੰ ਹੈਗੇ ਉਹਨਾਂ ਦੀ ਪੀੜ ਨੂੰ ਸਮਝਣ ਦੀ ਆ। ਜਿਹੜੇ ਆ ਪੈਕੇਜਾਂ ਦਾ ਐਲਾਨ ਸੈਂਟਰ ਤੇ ਪੰਜਾਬ ਸਰਕਾਰ ਨੇ ਪਿਛਲੇ ਦਿਨਾਂ ਦਾ ਕੀਤਾ ਹੋਇਆ, ਤੇ ਜਿਹੜੇ ਉਹਨਾਂ ਦੇ ਇਸ ਟਾਈਮ ਜੇ ਮੈਂ ਗੱਲ ਕਰਾਂ ਮੁੱਖ ਮੰਤਰੀ ਪੰਜਾਬ ਤੇ ਉਹਦੇ ਅਹਿਲਕਾਰ ਇਲਾਕਿਆਂ ਦੇ ਵਿੱਚ ਆਏ ਆ, ਸਿਰਫ ਫੋਕੇ ਐਲਾਨ ਦਾਅਵੇ ਕਰਕੇ ਲੋਕਾਂ ਨੂੰ ਫੋਕੇ ਦਿਲਾਸੇ ਦੇ ਕੇ ਤੁਰ ਗਿਆ। ਲੋਕਾਂ ਨੇ ਤੇ ਇੱਥੋਂ ਤੱਕ ਕਹਿਤਾ ਕਿ ਮੁੜ ਕੇ ਉਹਨਾਂ ਨੇ ਫੋਨ ਨਹੀਂ ਚੱਕੇ। ਸੋ ਮੈਂ ਇੱਥੇ ਕਹਿਣਾ ਚਾਹੂੰਗਾ ਸਮੁੱਚੇ ਤੌਰ ਦੇ ਉੱਤੇ ਕਿ ਨਕੰਮੀ ਸਰਕਾਰ ਜਾਗ ਪਵੇ, ਆ ਕੇ ਇਹਨਾਂ ਲੋਕਾਂ ਦੀ ਬਾਂਹ ਫੜੇ। ਬਸ਼ਰਤੇ ਵੋਟਾਂ ਵੇਲੇ ਤੁਸੀਂ ਸਾਰੇ ਹੀ ਆ ਖੜਦੇ ਹੈਗੇ ਹੋ, ਲੀਡਰੋ ਜਿਹੜੇ ਤੁਸੀਂ ਵੀ ਮੇਰੀ ਗੱਲ ਸੁਣਦੇ ਹੋ, ਵੋਟਾਂ ਮੰਗਣ ਵਾਸਤੇ ਬੇਸ਼ਰਮਾ ਤਰ੍ਹਾਂ ਆ ਕੇ ਖੜਦੇ ਹੋ, ਪਰ ਬਾਂਹ ਫੜਨ ਵਾਸਤੇ ਕੁਛ ਨਹੀਂ, ਦਾਅਵੇ ਫੋਕੇ ਕਰਦੇ ਹੋ, ਹੋਰ ਤੁਹਾਡੇ ਪੱਲੇ ਕੁਛ ਨਹੀਂ ਹੈਗਾ ਗਾ। ਬੁਰੀ ਤਰ੍ਹਾਂ ਨਾਕਾਮ ਤੇ ਫੇਲ ਹੋਈ ਆ ਸਰਕਾਰ ਜਿਹੜੀ ਆ ਕਾਂਗਰਸ ਦੀ, ਮੈਂ ਕਹਿਣੀ ਚਾਹੂੰਗਾ। ਸੋ ਇੱਥੇ ਮੈਂ ਇਹ ਗੱਲ ਵੀ ਕਹਿਣੀ ਚਾਹੂੰਗਾ ਉਹਨਾਂ NRI ਭਰਾਵਾਂ ਨੂੰ, ਉਸ ਭਾਈਚਾਰੇ ਨੂੰ, ਕਿ ਜਿਵੇਂ ਕਿ ਅਸੀਂ, ਮੈਂ ਔਰ ਹਰਿੰਦਰ ਗਿੱਲ ਔਰ ਸਾਡੀ ਸਾਰੀ ਸਿੱਖ ਚੈਨਲ ਦੀ ਟੀਮ ਪਿਛਲੇ ਲਗਾਤਾਰ 2 ਹਫ਼ਤਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਇਸ ਇਲਾਕੇ ਦੀ ਪੀੜ ਨੂੰ, ਤਕਲੀਫ ਨੂੰ ਤੁਹਾਡੇ ਸਾਹਮਣੇ ਅਸੀਂ ਰੱਖਦੇ ਹਾਂ। ਇੱਥੇ ਅਸੀਂ ਇਹੀ ਅਪੀਲ ਕਰਾਂਗੇ ਕਿ ਖਾਸ ਤੌਰ 'ਤੇ ਇਹਨਾਂ ਕਿਸਾਨਾਂ ਲਈ, ਇਹਨਾਂ ਮਜ਼ਦੂਰਾਂ ਲਈ, ਇਹਨਾਂ ਲੋੜਵੰਦਾਂ ਲਈ ਤੁਸੀਂ ਆਪਦੀਆਂ ਨੇਕ ਕਮਾਈਆਂ ਵਿੱਚੋਂ ਵੱਧ ਤੋਂ ਵੱਧ ਜਿਹੜੀ ਹੈਗੀ ਆ ਉਹ ਸਹਾਇਤਾ ਭੇਜੋ, ਤਾਂ ਕਿ ਅਸੀਂ ਇਹਨਾਂ ਲੋਕਾਂ ਦੀ ਜਿਹੜੀ ਆ ਉਹ ਮਦਦ ਕਰ ਸਕੀਏ। ਸੋ ਬਿਲਕੁਲ, ਸੋ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਨਿਰਮਲ ਸਿੰਘ ਹੋਰਾਂ ਦਾ, ਜਿਨ੍ਹਾਂ ਦੀ ਬੰਬੀ ਦੇ ਉੱਤੇ ਅਸੀਂ ਮੋਟਰ ਦੇ ਉੱਤੇ ਇਹ ਪ੍ਰੋਗਰਾਮ ਜਿਹੜਾ ਕੀਤਾ ਹੈ। ਇਹਨਾਂ ਨੇ ਵੀ ਨਾਲ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਦੱਸਿਆ ਕਿ ਕਿਸਾਨਾਂ ਦੇ ਕੀ ਦੁੱਖ ਤਕਲੀਫਾਂ ਨੇ। ਸੋ ਇਹਨਾਂ ਨੂੰ ਬਣਦਾ ਸਾਰਾ ਕੁਝ ਜਿਹੜਾ ਉਹ ਮਿਲਣਾ ਚਾਹੀਦਾ। ਨਾਲ ਮੈਂ ਇੱਕ ਵਾਰ ਫਿਰ ਦਿਖਾ ਦਿੰਦਾ ਹੈ ਕਿ ਕਿਵੇਂ ਉਜਾੜਾ ਜਿਹੜਾ ਆ ਉਹ ਪਸਰਿਆ ਹੋਇਆ ਤੁਸੀਂ ਦੇਖ ਸਕਦੇ ਜੇ ਕਿ ਸਾਰੇ ਪਾਸੇ ਐਂ ਲੱਗਦਾ ਪਿਆ ਜਿਵੇਂ ਵਾਢੀ ਜਿਹੜੀ ਫਸਲ ਦੀ ਆ ਹੋ ਚੁੱਕੀ ਆ, ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਜਿਹੜੇ ਫਸਲ ਨਾੜ ਜਿਹੜਾ ਉਹ ਨਜ਼ਰ ਆਉਂਦਾ, ਬੁੱਥੇ ਜਿਹੜੇ ਆ ਉਹ ਨਜ਼ਰ ਆਉਂਦੇ ਆ, ਉਹ ਚੀਜ਼ ਜਿਹੜੀ ਆ ਉਹ ਇਸ ਤਰੀਕੇ ਦੇ ਹਾਲਾਤ ਜਿਹੜੇ ਆ ਉਹ ਨਜ਼ਰ ਆ ਰਹੇ। ਇੱਥੋਂ ਤੱਕ ਕਿ ਕਿਤੇ ਘਾਹ ਜਿਹੜਾ ਜਿਸ ਤਰ੍ਹਾਂ ਮੋਟਰਾਂ ਦੇ ਲਾਗੇ ਜਾਂ ਸਪੈਦਾ ਹੈ, ਜਿਵੇਂ ਤੁਸੀਂ ਦੇਖ ਸਕਦੇ ਜੇ ਇਹ ਦੂਸਰੀ ਸਾਈਡ ਦੇ ਉੱਤੇ ਕਿ ਇਹ ਬੰਬੀ ਜਿਹੜੀ ਆ ਉਹ ਤੁਹਾਨੂੰ ਨਜ਼ਰ ਆ ਰਹੀ ਆ, ਉਹਦੇ ਸਾਹਮਣੇ ਇੱਕ ਜਿਹੜਾ ਸਪੈਦਾ ਆ ਉਹ ਨਜ਼ਰ ਆ ਰਿਹਾ, ਤੇ ਕਿਤੇ ਘਾਹ ਵੀ ਜਿਹੜਾ ਉਹ ਵੀ ਨਹੀਂ ਰਿਹਾ। ਇੰਨਾ ਜ਼ਿਆਦਾ ਪਾਣੀ ਇੰਨੇ ਦਿਨ ਜਿਹੜਾ ਆ ਉਹ ਇਸ ਏਰੀਏ ਦੇ ਵਿੱਚ ਖੜਾ ਰਿਹਾ, ਤੇ ਪਾਣੀ ਜਿਹੜਾ ਆ ਉਸ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਸਾਰਾ ਕੁਛ ਹੀ ਗਲ ਸੜ ਗਿਆ ਆ। ਸੋ ਇਹ ਹਾਲਾਤ ਜਿਹੜੇ ਤੁਹਾਨੂੰ ਗਰਾਊਂਡ ਜ਼ੀਰੋ ਤੋਂ ਅਸੀਂ ਦਿਖਾਏ ਆ, ਗੱਲਬਾਤ ਵੀ ਕੀਤੀ ਆ ਕਿਸਾਨਾਂ ਦੇ ਨਾਲ। ਇਹ ਹਰਿਆ ਹਰਿਆ ਜਿਹੜਾ ਕੁਛ ਨਾ ਕੁਛ ਨਜ਼ਰ ਆ ਰਿਹਾ ਪਿੱਛੇ, ਉਹ ਜਿਹੜੀ ਬੂਟੀ ਹੁੰਦੀ ਆ ਛੱਪੜਾਂ ਦੇ ਵਿੱਚ ਜਾਂ ਦਰਿਆਵਾਂ ਦੇ ਵਿੱਚ, ਉਹ ਬੂਟੀ ਤੁਸੀਂ ਦੇਖੀ ਹੋਏਗੀ ਜਿਹੜੀ ਤਰ ਕੇ ਪਾਣੀ ਦੇ ਵਿੱਚ ਚਲੀ ਜਾਂਦੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ, ਉਹ ਬੂਟੀ ਤਰ ਕੇ ਆਈ ਆ। ਉਹ ਜ਼ਰੂਰ ਕਿਤੇ ਕਿਤੇ ਹਰੀ ਹਰੀ ਜਿਹੜੀ ਕਿਸੇ ਕਿਸੇ ਖੇਤ ਦੇ ਵਿੱਚ ਨਜ਼ਰ ਆ ਰਹੀ ਹੈ। ਸੋ ਸਲਾਬ ਅਜੇ ਜਿਹੜੀ ਆ ਉਹ ਬਹੁਤ ਜ਼ਿਆਦਾ ਆ ਖੇਤ ਦੇ ਵਿੱਚ, ਜਿਸ ਦੇ ਕਰਕੇ ਅਜੇ ਬਹੁਤ ਸਮਾਂ ਜਿਹੜਾ ਉਹ ਲੱਗੇਗਾ ਇਹਨਾਂ ਖੇਤਾਂ ਨੂੰ ਵੱਤਰ ਆਉਣ ਦੇ ਵਿੱਚ, ਸੁੱਕਣ ਦੇ ਵਿੱਚ। ਵੱਤਰ ਉਹ ਹੁੰਦਾ ਆ ਜਦੋਂ ਖੇਤ ਜਿਹੜਾ ਉਸ ਦੇ ਵਿੱਚ ਬਿਜਾਈ ਦਾ ਸਹੀ ਸਮਾਂ ਹੁੰਦਾ ਆ। ਸੋ ਇਸ ਤਰੀਕੇ ਦੇ ਨਾਲ ਜਿਹੜਾ ਆ ਉਹ ਤੁਸੀਂ ਦੇਖ ਸਕਦੇ ਜੇ ਕਿ ਅਜੇ ਵੀ ਪਾਣੀ ਕਿਤੇ ਕਿਤੇ ਇੱਕਾ ਦੁੱਕਾ ਜਿਹੜਾ ਆ ਉਹ ਖੜਾ ਆ, ਅਤੇ ਇਹ ਪਾਣੀ ਜਿੱਥੇ ਵੀ ਖੜਾ ਇਸ ਦੇ ਥੱਲੇ ਜਿਹੜੀ ਜ਼ਮੀਨ ਹੈ ਉਸ ਦੇ ਵਿੱਚ ਵੀ ਅਜੇ ਪਾਣੀ ਜਿਹੜਾ ਜੀ ਰਿਹਾ ਹੋਇਆ, ਉਸ ਦੀ ਸਲਾਬ ਜਿਹੜੀ ਆ ਉਹ ਬਹੁਤ ਜ਼ਿਆਦਾ ਜਿਹੜੀ ਆ ਉਹ ਅਜੇ ਵੀ ਹੈਗੀ ਆ। ਸੋ ਇਹ ਸਮਾਂ ਲੱਗੇਗਾ ਮੌਸਮ ਦੇ ਹਿਸਾਬ ਦੇ ਨਾਲ, ਥੋੜ੍ਹਾ ਟਾਈਮ ਤੋਂ ਬਾਅਦ ਦੇ ਵਿੱਚ ਫਿਰ ਇੱਥੇ ਖੇਤੀਬਾੜੀ ਜਿਹੜੀ ਆ ਫਿਰ ਸੰਭਵ ਹੋ ਸਕੇਗੀ। ਪਰ ਜਿਹੜੇ ਜ਼ਿਮੀਂਦਾਰ ਕਰਜ਼ੇ ਦੇ ਹੇਠਾਂ ਦੱਬੇ, ਜਿਨ੍ਹਾਂ ਠੇਕੇ 'ਤੇ ਜ਼ਮੀਨਾਂ ਲਈਆਂ, ਉਹਨਾਂ ਵਾਸਤੇ ਬੜਾ ਮੁਸ਼ਕਿਲ ਸਮਾਂ ਹੈ। ਸੋ ਆਸ ਕਰਦੇ ਹਾਂ ਤੁਸੀਂ ਅੱਗੇ ਆਓ, ਇਹਨਾਂ ਵਾਸਤੇ ਅਸੀਂ ਕੁਝ ਨਾ ਕੁਝ ਹੰਬਲਾ ਮਾਰ ਕੇ ਜ਼ਰੂਰ ਕੁਝ ਨਾ ਕੁਝ ਕਰ ਸਕੀਏ, ਇਹਨਾਂ ਨੂੰ ਜਿਹੜਾ ਪੈਰਾਂ ਸਿਰ ਫਿਰ ਖੜਾ ਕਰੀਏ, ਇਹਨਾਂ ਦੇ ਬੱਚੇ ਪੜ੍ਹ ਸਕਣ, ਅਤੇ ਇਹ ਆਪਣਾ ਜਿਹੜਾ ਜੀਵਨ ਆ ਉਹ ਅੱਗੇ ਚਲਾ ਸਕਣ, ਖੁਦਕੁਸ਼ੀਆਂ ਨਾ ਕਰਨ। ਇਹਨਾਂ ਨੂੰ ਬਚਾਉਣ ਵਾਸਤੇ ਜ਼ਰੂਰ ਹੰਬਲਾ ਮਾਰੀਏ। ਇੱਥੇ ਹੀ ਤੁਹਾਡੇ ਤੋਂ ਆਗਿਆ ਚਾਹੂੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।